वाहिगुरु जी का खालसा वाहिगुरु जी की फतेह। जुगो जुग अटल छत्र चबर तख्तां दे मालक धन धन साहिब श्री गुरु ग्रंथ साहिब जीआं दी पावन हजूरी विच बड़े ही सत्कार सहित शाम दे दीवाना विच आप जी जुड़ बैठे हो। आओ इस समय नूं सफला बनाइए। चल रही गुर इतिहास दी पावन कथा दे विचों आप जी ने सरवण कीता। जगत गुरु बाबा गुरु नानक पातशाह जिन्हां ने मदीने दी धरती ते पावन अमृत बचन मुल्ला मौलवियां दे सवालां नूं सुन के उचारण कीते। जिस विच गुरु साहिब जी ने यह दृष्टांत दिता दुनिया दी संसार दी विश्व दी ब्रह्मंड दी अकाल पुरख तो बगैर कोई भी वस्तु ते चीज स्थिर नहीं है। जो कुछ भी दिसदा है दृष्टमान है झूठा है, इसलिए टिकाणा पक्का नहीं, मुकाम पक्का नहीं। पर जिस घर का जिस मुकाम का मनुख माण करता है सतगुर कहते वो फजूल है। जदों साहिबां दे बचनां नूं सुनिया बड़े बड़े मुल्ला काजी निरपुत्र हो गए। किसी नूं कुछ सुझदा ही नहीं क्योंकि साहिबां ने बचन ही ऐसे कीते ने। ब्रह्मंड का दुनिया का कोई ऐसा ख्याल नहीं छड्डिया जिन्हों टच ना कीता होवे। सतगुरां दे चरनां च डिग पए। जदों शबद की समाप्त हुई है, समाप्ति तो उपरंत मुहम्मद साहब की वो कबर गुरु नानक साहब जी के चरनां विच आके चुभ गई। इन्हां सारे प्रकरणां नूं आप जी ने विस्तार सहित सुनिया। आओ कुछ समा मनचित बिरतियां नूं एकाग्रचित बनाइए। आसीस बख्शो गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा शब्द पढ़ियो श्री बदन जब निमी गोर पद और नमस्कार कर पुन उठे ठहरानी निज ठोर। जिस वेले गुरु पातशाह जी ने अपनी मुबारक रसना तो अमृत बचन गायन किया, शब्द की समाप्ति हुई, उसे वक्त तुरंत सारे लोगों के सामने इस्लाम के पैगंबर मुहम्मद साहिब की कबर अपनी थां तो उठी है। जिस पासे गुरु नानक साहब जी के चरण खड़ावा हैं उस पासे आई है, झुकी है, नमस्कार की, अपनी थां ते जाके स्थिर हो गई। कहते मुल्ला काजी मौलवियां दे सामने ए भाना वापरिया ए। मुल्ला सर्ब बिलोक के बिस्माने मन माही तन खुदाए सम जान के
ਨਿਵੇਂ ਚਰਨ ਚਿਤ ਚਾਹੇ। ਹੁਣ ਮਦੀਨੇ ਦੇ ਵੱਡੇ ਵੱਡੇ ਮੁੱਲਾਂ ਤੇ ਹਜਰਤ ਕਰਨ ਵਾਸਤੇ ਆਏ ਹੋਏ ਹਾਜੀ, ਜਦੋਂ ਉਹਨਾਂ ਨੇ ਆਪਣੇ ਪੈਗੰਬਰ ਸਾਹਿਬ ਦੀ ਕਬਰ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਵੇਖਿਆ, ਫਿਰ ਤੇ ਸਵਾਲ ਹੀ ਨਹੀਂ ਰਹਿ ਗਿਆ ਕੋਈ। ਸੋਚਦੇ ਨੇ ਜੇ ਸਾਡੇ ਵੱਡ ਵਡੇਰੇ ਸਾਡੇ ਪੈਗੰਬਰ ਜੀ ਨੂੰ ਮੱਥਾ ਟੇਕਦੇ ਆ, ਅਸੀਂ ਕਿਉਂ ਨਹੀਂ ਟੇਕ ਸਕਦੇ? ਨੀਵੇਂ ਹੋਏ ਮਨ ਕਰਕੇ, ਆਕੜ ਛੱਡੀ, ਹੰਕਾਰ ਛੱਡਿਆ, ਵੈਰ ਛੱਡਿਆ, ਇੱਕਦਮ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਲੰਮਿਆਂ ਹੋ ਕੇ ਮੱਥਾ ਟੇਕਿਆ। ਚਰਨ ਫੜ ਲਏ, ਅੱਖਾਂ ਚੋਂ ਹੰਝੂ ਨੇ, ਹਿਰਦੇ ਵਿੱਚ ਪਛਤਾਵਾ ਏ। ਅਦਕ ਮੁਹੰਮਦ ਸਬਨ ਤੇ ਹਮੇ ਉਮਤ ਹੈ ਤਾਹੀ। ਉਸ ਵੇਲੇ ਗੱਲਾਂ ਕਰਦੇ ਨੇ, ਸਾਡੇ ਮੁਹੰਮਦ ਸਾਹਿਬ ਵੱਡੇ ਨੇ, ਪੈਗੰਬਰ ਹਨ ਅੱਲਾ ਦੇ, ਜੇ ਉਹ ਇਹਨਾਂ ਨੂੰ ਨਮਸਕਾਰ ਕਰ ਸਕਦੇ ਨੇ, ਅਸੀਂ ਤੇ ਉਹਨਾਂ ਦੀ ਉਮਤ ਹਾਂ। ਉਮਤ ਨਾਮ ਹੈ ਪ੍ਰਜਾ ਦਾ। ਉਹ ਜਿਹਨੂੰ ਰਾਜਾ ਮੱਥਾ ਟੇਕੂ, ਫਿਰ ਪ੍ਰਜਾ ਕਿਉਂ ਨਹੀਂ ਸਲਾਮ? ਜਿੰਨੇ ਕੋਲ ਬੈਠੇ ਸੀ ਨਾ, ਆਕੜ ਦੇ ਬੰਦੇ ਹਾਂ, ਸਾਰੇ ਚੁੱਪ ਗਏ। ਸਭ ਨੇ ਈਨ ਮੰਨ ਲਈ ਵੀ ਜਦੋਂ ਪੈਗੰਬਰ ਸਾਹਿਬ ਦੀ ਗੋਰ ਕਬਰ ਮੱਥਾ ਟੇਕ ਸਕਦੀ ਹੈ ਤੇ ਅਸੀਂ ਵੀ ਤੇ ਲਾਹਾ ਲੈਣੀ। ਗੁਰੂ ਬਾਬਾ ਜੀ ਦੇ ਚਰਨ ਫੜ ਕੇ ਮਾਫੀਆਂ ਮੰਗਦੇ ਆ। ਹੁਣ ਇਹ ਨਹੀਂ ਵੀ ਉਹ ਮਾਫੀਆਂ ਮੰਗਦੇ ਤੇ ਸਤਿਗੁਰ ਕਹਿੰਦੇ ਅਸੀਂ ਵੱਡੇ ਹੋ ਗਏ ਤੇ ਤੁਸੀਂ ਛੋਟੇ ਹੋ ਗਏ। ਵੱਡਾ ਕੌਣ ਹੈ? ਝੁਕਣ ਵਾਲਾ, ਨਿਮਰਤਾ ਵਿੱਚ ਹੀ ਆਉਣ ਵਾਲਾ। ਕਹਿੰਦੇ ਜਦੋਂ ਆਪਣੀ ਹਉਮੈ, ਆਪਣੀ ਆਕੜ, ਧਰਮ ਦਾ ਹੰਕਾਰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜੇ, ਝੁਕੇ ਕਦੋਂ ਨੇ? ਜਦੋਂ ਅੰਦਰ ਨੀਵਾਂ ਹੋ ਗਿਆ। ਪਾਣੀ ਦਾ ਸੁਭਾਅ ਹੀ ਝੁਕਣਾ, ਉਹ ਕਦੇ ਚੜਾਈਆਂ ਤੇ ਨਹੀਂ ਚੜ੍ਹਦਾ। ਹਮੇਸ਼ਾ ਉੱਚੀਆਂ ਥਾਵਾਂ ਤੋਂ ਪਾਣੀ ਵਹਿਣਾ ਨੂੰ ਚੱਲਦਾ ਹੈ, ਨੀਵੀਆਂ ਥਾਵਾਂ ਨੂੰ ਚੱਲਦਾ ਹੈ। ਖੇਤਾਂ ਨੂੰ ਪਾਣੀ ਲਾਈਏ, ਕੋਈ ਕਿਆਰਾ ਉੱਚਾ ਹੋਵੇ ਤੇ ਖਾਲੀ ਰਹਿ ਜਾਂਦਾ ਆਕੜ ਦਾ ਮਨ, ਤੇ ਨੀਵਾਂ ਹੋਵੇ ਪਾਣੀ ਗੱਜ ਹੋ ਜਾਂਦਾ ਹੈ, ਵੱਟਾਂ ਦਾ ਕਿਸ਼ ਹੋ ਜਾਂਦਾ ਹੈ, ਟੱਪ ਵੀ ਜਾਂਦਾ ਹੈ ਕਈ ਵਾਰ। ਕਹਿੰਦੇ ਜਿੰਨਿਆਂ ਨੇ ਨੀਵੇਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ, ਕਹਿੰਦੇ ਸਾਰਿਆਂ ਦੇ ਹਿਰਦੇ ਦੇ ਵਿੱਚ ਇਕਾਗਰਤਾ, ਪ੍ਰੇਮ ਅੱਲਾ ਦਾ ਜਗ ਪਿਆ। ਗੁਰੂ ਨਾਨਕ ਸਾਹਿਬ ਨੂਰੇ ਖੁਦਾਈ ਦਿਸਦੇ ਨੇ। ਹੋਰ ਨਿਵੀਤੇ ਅਗਰ ਜਿਹੇ ਹਮ ਕਿਉਂ ਨਿਵੇਂ ਸੁਨਾਹੀ। ਉਸ ਵੇਲੇ ਜਿੰਨੇ ਮੁੱਲਾ ਕਾਜ਼ੀ ਸੀ ਜਿਹੜੇ ਨਹੀਂ ਝੁਕਦੇ ਸੀ, ਉਹਨਾਂ ਨੂੰ ਵੀ ਸਮਝਾਉਂਦੇ ਨੇ, ਉਹ ਜਿੰਨਾ ਅੱਗੇ ਮੁਹੰਮਦ ਸਾਹਿਬ ਦੀ ਕਬਰ ਝੁਕ ਗਈ, ਸਾਨੂੰ ਵੀ ਝੁਕਣਾ ਚਾਹੀਦਾ ਭਾਈ। ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ। ਜਦੋਂ ਕਹਿੰਦੇ ਇਹ ਗੱਲਾਂ ਸੁਣੀਆਂ ਨਾ, ਉਹ ਵੀ ਚੱਲ ਕੇ ਆਏ, ਮਾਫੀ ਮੰਗਦੇ ਆ। ਗੁਰੂ ਬਾਬਾ ਜੀ ਕਹਿੰਦੇ ਅਸੀਂ ਮਾਫ ਕਰਨ ਵਾਲੇ ਕੌਣ ਆ? ਮਾਫ ਇੱਕ ਖੁਦਾ ਕਰਦਾ ਹੈ, ਮਾਫ ਅੱਲਾ ਕਰਦਾ ਹੈ, ਜੋ ਸਭ ਨੂੰ ਪ੍ਰੇਮ ਕਰਦਾ ਹੈ, ਜੋ ਕਿਸੇ ਵਿੱਚ ਕਦੇ ਵਿਤਕਰਾ ਰੱਖਦਾ ਹੀ ਨਹੀਂ। ਆਦਰ ਕਰ ਬਹੁ ਭਾਂਤ ਸੋ ਆਸਨ ਉੱਚ ਬਸਾਏ। ਜਿੰਨੇ ਹਾਜੀ ਆਏ ਸੀ, ਹੁਣ ਹਾਜੀ ਲੋਕ ਉੱਚਾ ਆਸਣ ਕਰਕੇ ਬੈਠਦੇ ਸੀ, ਉਹ ਸਾਰੇ ਹਾਜੀਆਂ ਨੇ ਆਪਣੇ ਆਪਣੇ ਗੱਦੇ, ਆਪਣੇ ਆਪਣੇ ਆਸਣ ਛੱਡੇ। ਗੁਰੂ ਬਾਬਾ ਹਜ਼ਰਤ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦੇ ਆ, ਫਕੀਰ ਨਾਨਕ ਸ਼ਾਹ ਜੀ, ਤੁਸੀਂ ਅੱਲਾ ਹੋ, ਖੁਦਾ ਹੋ, ਪਾਕ ਹੋ, ਮੱਕੇ ਮਦੀਨੇ ਦੀ ਧਰਤੀ ਨੂੰ ਤਾਰਨ ਆਇਓ, ਆਓ ਇਸ ਪਲਗੇ ਤੇ ਬੈਠੋ। ਮਰਦ ਕਹਿੰਦੇ ਅਸੀਂ ਪਹੁੰਚੇ ਠੀਕ ਆ, ਨੀਵੇਂ ਠੀਕ ਆ, ਪਰ ਉਹਨਾਂ ਦੀ ਭਾਵਨਾ ਸੀ, ਸ਼ਰਧਾ ਸੀ, ਸਤਿਗੁਰਾਂ ਨੂੰ ਉੱਚੀ ਥਾਂ ਤੇ ਬਿਠਾਇਆ, ਬੜਾ ਮਾਣ ਸਤਿਕਾਰ ਕੀਤਾ। ਉਪਦੇਸ਼ ਸੁਣਦੇ ਨੇ ਅੱਲਾ ਦਾ, ਵੀ ਇਹ ਤੇ ਪੈਗੰਬਰਾਂ ਤੋਂ ਵੀ ਵੱਡੇ ਆ। ਪੈਗੰਬਰ ਤੇ ਸਿਰਫ ਪੈਗਾਮ ਲੈ ਕੇ ਆਉਂਦੇ ਆ, ਇਤਿਆਬ ਇਲਾਹੀ ਨੂਰ ਹਨ। ਜਿੰਨੇ ਮੱਕੇ ਵਿੱਚ ਆਏ, ਮਦੀਨੇ ਵਿੱਚ ਆਏ ਹਾਜੀ ਲੋਕ ਸਨ, ਵਾਰੀ ਸਿਰ ਸਭ ਨੇ ਨਮਸਕਾਰ ਕੀਤੀ। ਗੁਰੂ ਬਾਬਾ ਜੀ ਨੂੰ ਆਪਣਾ ਵਲੀ ਪੀਰ ਮੰਨਿਆ। ਕੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ? ਹਜ਼ਰਤ ਵਲੀ ਪੀਰ ਨਾਨਕ। ਅੱਜ ਵੀ ਮੰਨਦੇ ਆ। ਮੱਥਾ ਟੇਕਿਆ, ਕੋਲ ਬਹਿ ਕੇ ਉਪਦੇਸ਼ ਦੀ ਜਾਚਨਾ ਕਰਦੇ ਨੇ। ਬੋਲੇ ਦਵੈ ਕਰ ਬੰਦ ਕੈ ਨਿਜ ਉਪਦੇਸ਼ ਬਤਾਏ। ਉਸ ਵੇਲੇ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਕਹਿੰਦੇ ਬਾਬਾ ਆਪਣਾ ਉਪਦੇਸ਼ ਦਿਓ ਸਾਨੂੰ। ਉਪਦੇਸ਼ ਬਹੁਤ ਜ਼ਰੂਰੀ ਹੈ। ਗੁਰੂ ਪੀਰ ਵਲੀ ਔਲੀਆ ਉਪਦੇਸ਼ ਦੇ ਕੇ ਮਨੁੱਖਤਾ ਨੂੰ ਇੱਕ ਬਣਾਉਂਦੇ ਆ। ਦੁਨੀਆ ਦੇ ਜਿੰਨੇ ਧਰਮ ਨੇ, ਜੇ ਧਰਮਾਂ ਦੀ ਅਸਲੀ ਫਿਲਾਸਫੀ ਪੜ੍ਹੀਏ ਨਾ,
ਸਾਰੇ ਧਰਮ ਕਹਿੰਦੇ ਆ ਰੱਬ ਇੱਕ ਹੈ, ਅੱਲਾ ਵਾਹਿਗੁਰੂ ਪਰਮਾਤਮਾ ਇੱਕ ਹੈ, ਤੇ ਬੰਦਿਓ ਤੁਸੀਂ ਇੱਕ ਕਿਉਂ ਨਹੀਂ ਹੁੰਦੇ? ਪਰ ਉਸ ਧਰਮ ਦਾ ਵਿਸਥਾਰ ਕਰਨ ਵਾਲੇ ਨਾ ਗੱਲ ਵਧਾ ਚੜਾ ਕੇ ਕਰਦੇ ਆ। ਕੋਈ ਕਹਿੰਦਾ ਮੇਰਾ ਧਰਮ ਵੱਡਾ, ਜਿਵੇਂ ਇਹ ਤੇ ਸੁਣਿਆ ਤੁਸੀਂ ਨੇ, ਕੋਈ ਕਹਿੰਦਾ ਮੇਰੀ ਕੋਠੀ ਵੱਡੀ, ਮੇਰਾ ਬਾਪੂ ਵੱਡਾ, ਮੇਰਾ ਦਾਦਾ ਵੱਡਾ, ਸਾਡੀ ਪ੍ਰਾਪਰਟੀ ਵੱਡੀ। ਪਰ ਅੱਜ ਇਹ ਹੋਰ ਧਰਮਾਂ 'ਚ ਲੱਗ ਪਈ ਅਸੀਂ ਵੱਡੇ, ਸਾਡੇ ਅਸਥਾਨ ਵੱਡੇ, ਬਾਕੀ ਸਾਰੇ ਛੋਟੇ। ਰੱਬ ਨੇ ਤੇ ਕਦੇ ਐਸਾ ਸਿਖਾਇਆ ਹੀ ਨਹੀਂ। ਧਰਮ ਤੇ ਇੱਕ ਹੋਣਾ ਸਿਖਾਉਂਦੇ ਆ। ਅੱਜ ਇੱਕ ਹੋਣ ਵਾਲੇ ਧਰਮ ਦੇ ਵੀ ਲੋਕ ਟੁਕੜੇ ਕਰੀ ਫਿਰਦੇ ਆ। ਸਾਹਿਬ ਜੀ ਨੂੰ ਆਖਦੇ ਆ ਪਾਤਸ਼ਾਹ ਉਪਦੇਸ਼ ਦੇ ਦਿਓ ਸਾਨੂੰ, ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਸਕੀਏ। ਰੱਬ ਦਾ ਮਿਲ ਜਾਣਾ ਬਹੁਤ ਵੱਡੀ ਗੱਲ ਹੈ, ਪਰ ਮਿਲ ਕੇ ਰੱਬ ਨੂੰ ਭੁੱਲ ਜਾਣਾ ਇਹ ਵੱਡਾ ਥੋੜੀ ਹੈ। ਸਦਾ ਉਹਦੀ ਮਰਿਆਦਾ ਵਿੱਚ ਚੱਲਣਾ, ਰੀਤ ਵਿੱਚ ਚੱਲਣਾ, ਉਹਨੂੰ ਫੋਲੋ ਕਰਨਾ ਇਹ ਵੱਡਾ ਹੈ। ਰਿਸ਼ਤਾ ਸਿੱਖ ਦਾ ਗੁਰੂ ਨਾਲ ਇੱਕ ਵਾਰ ਨਹੀਂ ਬਣਦਾ। ਦੁਨਿਆਵੀ ਤੌਰ ਤੇ ਕਿੰਨੇ ਰਿਸ਼ਤੇ ਬਣਦੇ ਆ। ਪਤੀ ਪਤਨੀ ਦੇ ਰਿਸ਼ਤੇ ਜਾਨ ਤੋਂ ਵੱਧ ਪਿਆਰੇ ਹੁੰਦੇ, ਉਹ ਤਲਾਕ ਲੈ ਲੈਂਦੇ ਆ, ਯਾਦ ਵੀ ਨਹੀਂ ਕਰਦੇ ਕਦੇ ਕਿਸੇ। ਭੈਣਾਂ ਭਰਾਵਾਂ ਦੇ ਰਿਸ਼ਤੇ, ਮਾਂ ਪੁੱਤ ਦੇ ਰਿਸ਼ਤੇ ਕਿੰਨੇ ਕਰੀਬੀ ਨੇ, ਪਰ ਜਦੋਂ ਰਿਸ਼ਤਿਆਂ 'ਚ ਫਰਕ ਪੈ ਜੇ ਕੋਈ ਪੁੱਛਦਾ? ਰਿਸ਼ਤੇ ਬਣਾਉਣੇ ਬੜੇ ਆਸਾਨ ਹਨ, ਨਿਭਾਉਣੇ ਹੀ ਤੇ ਔਖੇ ਨੇ। ਰੱਬ ਨਾਲ ਰਿਸ਼ਤਾ ਹਰ ਕੋਈ ਬਣਾਈ ਫਿਰਦਾ ਹੈ। ਕੋਈ ਕਹਿੰਦਾ ਮੈਂ ਸਿੱਖ ਹਾਂ, ਦੂਜਾ ਕਹਿੰਦਾ ਮੈਂ ਮੋਮਨ ਹਾਂ, ਤੀਜਾ ਕਹਿੰਦਾ ਮੈਂ ਹਿੰਦੂ ਹਾਂ, ਭਾਈ ਸਨਾਤਨੀ ਹਾਂ। ਰਿਸ਼ਤਾ ਤੇ ਬਣਾ ਲਿਆ, ਨਿਭਾਊ ਕੌਣ ਬਈ? ਰੱਬ ਦੀਆਂ ਕਈਆਂ ਗੱਲਾਂ ਜੀਵਨ ਵਿੱਚ ਕਮਾਉਣੀਆਂ, ਫੋਲੋ ਕਰਨੀਆਂ, ਉਹਦੇ ਮੁਤਾਬਕ ਜੀਵਨ ਢਾਲ ਕੇ ਰੱਖਣਾ, ਇਹਨੂੰ ਕਹਿੰਦੇ ਸਿੱਖੀ। ਰਿਸ਼ਤੇ ਬਣਾਉਣੇ ਸੌਖੇ ਆ ਤੇ ਨਿਭਾਉਣੇ ਬਹੁਤ ਬਹੁਤ ਔਖੇ ਆ। ਧਰਮੀ ਹੋਣਾ ਬਹੁਤ ਸੌਖਾ ਤੇ ਧਰਮੀ ਬਣ ਕੇ ਰਹਿਣਾ ਬੜਾ ਔਖਾ। ਖੋ ਸਤਨਾਮ। ਜਿਹਨੂੰ ਮਰਜ਼ੀ ਗੁਰੂ ਵਾਲਾ ਬਣਾ ਦਿਓ ਜੀ, ਬਣ ਜਾਂਦੀ ਆ ਦੁਨੀਆ। ਕਦ ਤੱਕ ਕੋਈ ਬਣ ਕੇ ਰਹਿੰਦਾ ਏ, ਇਹ ਵੱਡੀ ਕਾਪੀ ਹੈ। ਗੁਰੂ ਬਾਬਾ ਜੀ ਨੂੰ ਕਹਿੰਦੇ ਐਸਾ ਉਪਦੇਸ਼ ਦੇ ਦਿਓ ਜੀ ਜੀਵਨ ਭਰ ਕਮਾ ਲਈਏ। ਕੌਣ ਲੋਕ ਮੰਗਦੇ ਆ? ਜੋ ਲੋਕਾਂ ਨੂੰ ਉਪਦੇਸ਼ ਦਿੰਦੇ ਆ। ਮੁੱਲਾ ਹਾਜੀ ਮਰਦ ਮੁਸਕਰਾ ਕੇ ਕਹਿੰਦੇ ਭਾਈ ਉਪਦੇਸ਼ ਉਹੀ ਲੈ ਸਕਦਾ ਜਿਹਦਾ ਹਿਰਦਾ ਨੀਵਾਂ ਹੋਵੇ। ਤੁਸੀਂ ਉੱਚੇ ਟਿੱਬੇ ਤੇ ਬੀਜ ਬੀਜਦੇ ਹੋ, ਮੋਟਰਾਂ ਚਲਾ ਦਿਓ, ਪਾਣੀ ਨਹੀਂ ਚੜ੍ਹਨਾ ਤੇ ਬੀਜ ਕੀ ਕਰੂਗਾ? ਜੇ ਕਿਤੇ ਬਾਰਿਸ਼ ਹੋ ਵੀ ਗਈ ਨਾ, ਬਰਸਾਤ ਦੇ ਨਾਲ ਉੱਚੀਆਂ ਟਿੱਬਿਆਂ ਤੋਂ ਬੀਜ ਪਾਣੀ ਨਾਲ ਭੂੰਜੇ ਆ ਕੇ ਫੇਰ ਪੈਦਾ ਹੋ ਜਾਣ। ਪਾਣੀ ਚੱਲੇ ਨੀਵਾਨ ਨੂੰ, ਭਾਈ ਗੁਰਦਾਸ ਕਹਿੰਦੇ ਆ। ਧਰਮ ਹਮੇਸ਼ਾ ਨੀਵਾਂ ਰਹਿਣਾ ਸਿਖਾਉਂਦਾ ਹੈ। ਧਰਮ ਹਮੇਸ਼ਾ ਮੂਗ ਹੋਣਾ ਸਿਖਾਉਂਦਾ, ਢਲਣਾ ਸਿਖਾਉਂਦਾ ਹੈ। ਗੁਰੂ ਬਾਬਾ ਜੀ ਕਹਿੰਦੇ ਪਹਿਲਾਂ ਅੰਦਰੋਂ ਹੰਕਾਰ ਦਾ ਹੋੜਾ ਛੱਡ ਦਿਓ ਵੀ ਅਸੀਂ ਮੌਲਵੀਆਂ ਮੁੱਲੇ ਆ, ਸਾਡਾ ਧਰਮ ਮੋਮਨਤਾ ਦਾ ਬਹੁਤ ਵੱਡਾ ਏ, ਭਾਵ ਦੂਜੇ ਛੋਟੇ ਆ, ਫੇਰ ਹੀ ਫਾਇਦਾ। ਜੇ ਹੁਣ ਭਾਂਡਾ ਅੰਦਰੋਂ ਮੈਲਾ ਪਿਆ ਤੇ ਉਹ 'ਚ ਦੁੱਧ ਪਾਈ ਫਿਰ ਉਹ ਖਰਾਬ ਹੋ ਜਾਊਗਾ ਨਾ। ਬਾਣੀ ਦੇ ਸਪਸ਼ਟ ਲਿਖਿਆ ਭਾਂਡਾ ਹੱਛਾ ਹੋਏ ਜਾਂ ਤਿਸ ਭਾਵ ਸੀ। ਜੇ ਭਾਂਡਾ ਅੰਦਰੋਂ ਪਵਿੱਤਰ ਬਣਾਏਗਾ ਤਾਂ ਰੱਬ ਨੂੰ ਭਾਊਗਾ। ਸਾਫ਼ ਸਵੱਛ ਭਾਂਡੇ 'ਚ ਕਿਹਦਾ ਦਿਲ ਨਹੀਂ ਕਰਦਾ ਖਾਣ ਨੂੰ? ਗੰਦਾ ਭਾਂਡਾ ਹੋਵੇ, ਭਾਵੇਂ ਮਾਂਜਿਆ ਵੀ ਆ, ਹਲਕਾ ਜਿਹਾ ਦਾਗ ਲੱਗਿਆ ਹਲਦੀ ਦਾ, ਉਹ ਵੀ ਪਸੰਦ ਨਹੀਂ ਆਉਂਦਾ। ਚਲਾ ਕੇ ਮਾਰਦਾ ਬੰਦਾ ਵੀ ਇਹ ਝੂਠੇ। ਤੇ ਜੇ ਅੰਦਰ ਦਾ ਭਾਂਡਾ ਮੈਲ ਹੈ ਤੇ ਉਪਦੇਸ਼ ਲੈਣ ਚੱਲੀਏ ਤੇ ਰੱਬ ਵੀ ਚਲਾ ਕੇ ਮਾਰਦਾ, ਉਹ ਤੇਰੇ ਕੋਲ ਤੇ ਮੈਲ ਹੀ ਭਰੀ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਪਦੇਸ਼ ਮਿਲੇਗਾ, ਪਹਿਲਾਂ ਇੱਕ ਸੁਰਤਾ ਵਿੱਚ ਆਓ, ਆਪਣੇ ਆਪ ਨੂੰ ਨੀਵਾਂ ਜਾਣੋ। ਸਵਈਆ ਸ੍ਰੀ ਗੁਰ ਬੈਨ ਭਨੀ ਸੁਣ ਕੇ, ਨਿਜ ਮ੍ਰਿਤ ਕੋ ਯਾਦ ਰੱਖੋ ਨਾ ਭੁੱਲਾਹੀ। ਹੁਣ ਮੁੱਲਾ ਪੁੱਛਦੇ ਨੇ, ਕਹਿੰਦੇ ਬਾਬਾ ਮਨ ਨੀਵਾਂ ਕਿਵੇਂ ਰੱਖੀਏ? ਤੁਸੀਂ ਵੀ ਸੁਣ ਲਓ। ਬੜਾ ਔਖਾ ਜੀ। ਹਰ ਬੰਦਾ ਕਹਿੰਦਾ ਨੀਵੇਂ ਰਿਹਾ ਕਰੋ, ਡਾਊਨ ਟੂ ਅਰਥ ਰਹੋ। ਨੀਵੇਂ ਬਹਿ ਜੇ ਤਾਂ ਕੀ ਹੋ ਗਿਆ? ਜੇ ਮਨ ਵਿੱਚ ਆਕੜ ਹੰਕਾਰ ਭਰਿਆ ਜਾਤਵਾਦ ਦਾ, ਤੇ ਫਿਰ ਕਦੇ ਨਹੀਂ ਮਿਲਦਾ। ਨੀਵੇਂ ਹੋਣ ਦਾ ਭਾਵ ਕੀ ਹੈ? ਨੀਵਾਂ ਹੋਇਆ ਕਿਵੇਂ ਜਾਏ? ਨਿੱਤ ਕਹਿੰਦੇ ਆ ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਰੱਖਿਓ। ਰੋਜ਼ ਕਰਦੇ ਆ ਨਾ ਅਰਦਾਸ ਵੀ ਮਨ ਨੀਵਾਂ ਹੋਵੇ। ਉਹ ਮਰਗ ਦੱਸਦੇ ਹੁਣ ਵੀ ਕਿਵੇਂ ਹੋਣਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਰ ਵੇਲੇ ਖੁਦਾ ਦੀ ਬਣਾਈ ਮੌਤ ਨੂੰ ਚੇਤੇ ਰੱਖੋ। ਹੰਕਾਰ ਆਉਣਾ ਹੀ ਨਹੀਂ ਆਖੋ ਸਤਿਨਾਮ। ਕਿੰਨਾ ਸੌਖਾ ਤਰੀਕਾ ਹੈ। ਮੌਤ ਨੂੰ ਯਾਦ ਰੱਖੋ, ਰੱਬ ਯਾਦ ਕਰਨ ਦੀ ਲੋੜ ਨਹੀਂ। ਜਿਹਨੂੰ ਮੌਤ ਚੇਤੇ ਆ ਨਾ, ਉਹਦੇ ਸਵਾਸ ਸਵਾਸ ਵਿੱਚੋਂ ਰੱਬ ਦਾ ਨਾਮ ਨਿਕਲੂ। ਤੇ ਰੱਬ ਨੂੰ ਭੁੱਲਦਾ ਕੌਣ ਹੈ? ਜਿਹੜਾ ਮੌਤ ਵਿਸਾਰੀ ਫਿਰਦਾ ਹੈ।
ਜਿਹਨੂੰ ਮਰਨ ਦਾ ਡਰ ਹੀ ਕੋਈ ਨਹੀਂ, ਭੁੱਲ ਗਿਆ ਵੀ ਆਪਾਂ ਥੋੜੀ ਮਰਨਾ, ਦੁਨੀਆ ਮਰਨ ਵਾਸਤੇ ਹੈ, ਮੇਰੀ ਤੇ ਉਮਰ ਬਹੁਤ ਪਈ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਕੋਈ ਧਰਮ ਦਾ ਮਨੁੱਖ ਹੈ ਹਮੇਸ਼ਾ ਮੌਤ ਚੇਤੇ ਰੱਖੇ। ਕੀ ਧਰਮ ਡਰਾਉਂਦਾ ਹੈ ਮੌਤ? ਨਹੀਂ, ਕਦੇ ਨਹੀਂ ਡਰਾਉਂਦਾ। ਨਾਸਤਿਕ ਲੋਕੀ ਕਹਿੰਦੇ ਜੀ ਧਰਮ ਤੇ ਡਿਪਰੈਸ਼ਨ 'ਚ ਕਰ ਦਿੰਦਾ ਵੀ ਮੌਤ ਹੈ ਮੌਤ ਹੈ। ਨਹੀਂ, ਡਿਪਰੈਸ਼ਨ 'ਚ ਨਹੀਂ ਵੀ ਹੋਗੇ ਫਿਰ ਕਿਹੜਾ ਹਟ ਜੂਗੀ, ਉਹ ਤੇ ਸੱਚ ਹੈ। ਧਰਮ ਨੇ ਤੇ ਇਹ ਵਿਖਾਇਆ ਹੈ ਵੀ ਮੌਤ ਸੱਚੀ ਹੈ ਭਾਈ। ਜ਼ਿੰਦਗੀ ਦਾ ਤੇਰਾ ਸਫ਼ਰ ਥੋੜਾ ਏ, ਜਨਮ ਤੋਂ ਲੈ ਕੇ ਮੌਤ ਵੱਲ ਤੁਰਿਆ ਜਾਣਾ ਏ, ਘਟਦੇ ਜਾਂਦੇ ਆ ਦਿਨ ਤੇਰੇ। ਸਾਹਿਬ ਦਾ ਬਚਨ ਆ ਨਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਬ ਨਿਬਿਧ ਕੀਜੈ, ਸੋ ਦਿਨ ਆਵਨ ਲੱਗ। ਜਨਮ ਦਿਨ ਤੇ ਬਹੁਤ ਨੇੜੇ ਆ ਰਹੇ ਸਾਡੇ, ਪਰ ਸਾਹਿਬ ਕਹਿੰਦੇ ਉਹ ਦਿਨ ਵੀ ਨੇੜੇ ਆ ਰਿਹਾ ਹੈ ਜਿੱਦਣ ਤੇਰੇ ਆਪਣੇ ਮੋਢਿਆਂ ਤੇ ਚੁੱਕੀ ਫਿਰਨਗੇ। ਉਹ ਤੇ ਸੱਚਾ ਦਿਨ ਸੀ। ਬੰਦਾ ਹੰਕਾਰੀ ਜਾਂਦਾ, ਮੇਰੀ ਉਮਰ ਵੱਡੀ ਹੋ ਗਈ, ਮੇਰੀ ਦਾੜੀ ਚੱਟੀ ਹੋ ਗਈ, ਤੁਹਾਨੂੰ ਜ਼ਿਆਦਾ ਅਕਲ ਹੈ। ਭਲਿਆ ਤੇਰੇ ਨਾਲੋਂ ਇੱਕ ਬੱਚੇ ਦੀ ਉਮਰ ਜ਼ਿਆਦਾ ਹੈ, ਤੂੰ ਤੇ ਮੌਤ ਦੇ ਰਾਹ ਤੁਰਿਆ ਹੋਇਆ ਹੈ। ਤੇਰੇ ਤੇ ਮੌਤ ਦੀ ਘਾਟੀ ਬੜੀ ਕਰੀਬ ਹੈ, ਪਰ ਤੈਨੂੰ ਲਾਲਚ ਬੱਚਿਆਂ ਤੋਂ ਵੱਧ ਹੈ, ਤੈਨੂੰ ਤਮਾ ਨਿਆਣਿਆਂ ਤੋਂ ਵੱਧ ਹੈ। ਗੁਰੂ ਬਾਬਾ ਜੀ ਕਹਿੰਦੇ ਭਾਈ ਮੌਤ ਨੂੰ ਹਮੇਸ਼ਾ ਯਾਦ ਰੱਖਣਾ, ਜੋ ਸੱਚ ਹੈ ਅਟਲ ਹੈ, ਜੋ ਟਾਲਿਆਂ ਵੀ ਟਲਦੀ ਨਹੀਂ। ਸ਼ੋਰ ਵਿਕਾਰ ਤਜੋ ਪਖਵਾਦ, ਖੁਦਾਏ ਲਖੋ ਸਭ ਖਲਕਤ ਮਾਹੀ। ਕਹਿੰਦੇ ਆਪ ਪੱਖਵਾਦ ਛੱਡ ਦਿਓ, ਆਪਣਾ ਹੰਕਾਰ ਛੱਡ ਦਿਓ, ਖਲਕਤ ਵਿੱਚ ਰੱਬ ਨੂੰ ਵੇਖੋ, ਪਛਾਣੋ। ਸੁਭਾਵਿਕ ਗੱਲ ਹੈ ਜੀ, ਇੱਕ ਬੰਦੇ ਨੂੰ ਪਤਾ ਹੋਵੇ ਵੀ ਇੰਨੇ ਦਿਨਾਂ ਬਾਅਦ ਮਰ ਜਾਣਾ ਹੈ। ਬੜੇ ਲੋਕ ਸਜਾਏ ਜਾਪਤਾ ਹੁੰਦੇ, ਕੋਈ ਉਹਨਾਂ ਨੂੰ ਆਖੇ ਮੌਤ ਤੋਂ ਪਹਿਲਾਂ ਵੀ ਤੈਨੂੰ ਮਹਿੰਗੀ ਗੱਡੀ ਦਾ ਝੂਟਾ ਦੇ ਦਿੰਦੇ ਆ, ਮਹਿੰਗੀ 에ਅਰਲਾਈਨ ਤੇ ਗੇੜਾ ਲਵਾ ਦਿੰਦੇ ਆ, ਦੱਸ ਕਿਹੜੇ ਟਾਪੂ ਤੇ ਜਾਣਾ, ਕਿਹੜੀ ਕੰਟਰੀ ਜਾਣਾ ਹੈ। ਉਹ ਕਹਿੰਦਾ ਮੇਰੇ ਲਈ ਇਹ ਸਭ ਚੀਜ਼ਾਂ ਮਿੱਟੀ ਨੇ, ਕਿਉਂਕਿ ਮੈਨੂੰ ਪਤਾ ਮੈਂ ਮਰਨਾ ਹੈ। ਅੱਖਾਂ ਸਾਹਮਣੇ ਮੌਤ ਖੜੀ ਹੈ, ਸੌਂ ਸਕਦਾ ਬੰਦਾ? ਉਹਦੇ ਲਈ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਉਹ ਨਹੀਂ ਖਾਂਦਾ। ਉਹਦੇ ਸਾਹਮਣੇ ਆਪਸ਼ਨ ਰੱਖ ਦਿਓ, ਮਾਇਆ ਦੀਆਂ ਅਲਮਾਰੀਆਂ ਖੋਲ ਦਿਓ, ਉਹ ਕਹਿੰਦਾ ਮੇਰੀ ਤੇ ਸੋਚ ਵਿੱਚ ਨਹੀਂ ਹੈ ਕਾਗਜ਼, ਮੈਂ ਇਹਨਾਂ ਤੋਂ ਕੀ ਲੈਣਾ ਹੈ, ਮੈਨੂੰ ਪਤਾ ਜ਼ਿੰਦਗੀ ਰਹਿ ਗਈ ਕੁਛ ਬਲਾਂ ਦੀ, ਹੁਣ ਕੁਛ ਵੀ ਪਾਉਂਦਾ ਨਹੀਂ ਨਾ, ਤੇ ਫਿਰ ਉਹ ਹੰਕਾਰ ਕਰੂਗਾ। ਮਰਨ ਵਾਲਾ ਬੰਦਾ ਹਮੇਸ਼ਾ ਸੱਚ ਬੋਲਦਾ। ਕਿਉਂ ਬੋਲਦਾ ਹੈ? ਉਹਨੂੰ ਪਤਾ ਵੀ ਇਹ ਤੋਂ ਬਾਅਦ ਰਹਿਣੀ ਕੁਛ ਨਹੀਂ। ਕੀ ਪਰਦੇ ਰੱਖਾਂ, ਕੀ ਝੂਠ ਬੋਲਾਂ, ਕਾਹਦਾ ਮਾਣ ਕਰਾਂ, ਹੁੰਦਾ ਕਦੇ? ਉਹ ਇੱਕ ਬੰਦਾ ਲੱਖ ਅਰਬਾਂ ਪਤੀ ਹੋਵੇ, ਆਖਰੀ ਸਾਹਾਂ ਤੇ ਪਿਆ ਹੋਵੇ, ਉਹ ਸਾਰੀ ਜ਼ਿੰਦਗੀ ਸੱਚ ਨਹੀਂ ਬੋਲਦਾ, ਪਰ ਉਦੋਂ ਬੋਲੂਗਾ। ਉਹਨੂੰ ਪੁੱਛ ਲਓ ਜਿਉਣਾ ਚਾਹੁੰਦਾ, ਤੈਨੂੰ ਕੀ ਲਿਆ ਦੀਏ, ਮਹਿੰਗੀ ਘੜੀ ਲਿਆ ਦੀਏ, ਮਹਿੰਗਾ ਫੋਨ ਲਿਆ ਦੀਏ? ਉਹ ਕਹਿੰਦਾ ਨਹੀਂ ਬਾਈ, ਬਸ 2 ਮਿੰਟ ਕੋਲ ਬਹਿ ਜਾਓ, ਮੇਰਾ ਕੀ ਪਤਾ ਸਾਹ ਆਵੇ ਨਾ ਆਵੇ, ਕੁਛ ਨਹੀਂ ਪਸੰਦ ਨਾ। ਗੁਰੂ ਬਾਬਾ ਜੀ ਕਹਿੰਦੇ ਜਦੋਂ ਮੌਤ ਚੇਤੇ ਆਏਗੀ ਫਿਰ ਹੰਕਾਰ ਉੱਠ ਜਾਏਗਾ, ਅੰਦਰੋਂ ਪੱਖਵਾਦ ਖਤਮ ਹੈ ਤੇ ਮੂਰਖਤਾ ਨਾ ਵੀ ਉਹ ਵੱਡਾ ਆ ਛੋਟਾ, ਮੈਂ ਵੱਡਾ ਉਹ ਛੋਟਾ, ਕਈ ਗੱਲਾਂ ਨੇ ਬੰਦਿਆਂ ਦੀਆਂ ਗੱਲਾਂ ਥੋੜੀ, ਇਹ ਮੂਰਖਾਂ ਦੀਆਂ ਗੱਲਾਂ ਨੇ। ਸਾਹਿਬ ਕਹਿੰਦੇ ਤੁਸੀਂ ਪੱਖਵਾਦ ਵਿੱਚ ਉਲਝੇ ਫਿਰਦੇ ਹੋ, ਹਿੰਦੂ ਛੋਟਾ ਮੁਸਲਮਾਨ ਵੱਡਾ, ਹਿੰਦੂ ਕਹਿੰਦੇ ਹਿੰਦੂ ਵੱਡਾ ਮੁਸਲਮਾਨ ਛੋਟਾ। ਕੀ ਅੱਲਾ ਨੇ ਧਰਮ ਇਸੇ ਵਾਸਤੇ ਨੇ? ਧਰਮ ਇਹੀ ਕਹਿੰਦਾ ਵੀ ਕੌਣ ਵੱਡਾ ਕੌਣ ਛੋਟਾ? ਮਰਦ ਕਹਿੰਦੇ ਆ ਖਾਲਕ 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 ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਬਾਣੀ ਤੇ ਕਹਿੰਦੀ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਹੈ, ਸਮੁੱਚੀ ਮਨੁੱਖਤਾ ਦੇ ਵਿੱਚ ਕੌਣ ਵੱਡਾ ਕੌਣ ਛੋਟਾ ਏ। ਪਰ ਧਰਮ ਦੀ ਦੁਨੀਆ 'ਚ ਰਹਿਣ ਵਾਲੇ ਬੰਦੇ ਡਾਂਗੋ ਡਾਂਗੀ ਹੋਏ ਫਿਰਦੇ, ਕਹਿੰਦੇ ਸਾਡਾ ਬਾਬਾ ਵੱਡਾ ਤੇ ਤੁਹਾਡਾ ਛੋਟਾ। ਸਤਿਨਾਮ। ਗੁਰੂ ਬਾਬਾ ਜੀ ਕਹਿੰਦੇ ਮੌਤ ਚੇਤੇ ਰੱਖੋ, ਅੰਦਰ ਦਾ ਹੰਕਾਰ ਛੱਡੋ, ਕਿਸੇ ਨਾਲ ਵੈਰ ਕਮਾਵੋ ਨਾ। ਨਾਮ ਸਦਾ ਸਿਮਰੋ ਔਰ ਮੈਂ, ਜਿਹੇ ਤੇ ਜਮ ਦੋਜਕ ਦੇਖੋ ਨਾਹੀ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਸਿਮਰੋ ਤੇ ਤੈਨੂੰ ਜਮਾਂ ਨੇ ਕਦੇ ਦੁੱਖ ਨਹੀਂ ਦੇਣਾ। ਤੂੰ ਮਾੜਾ ਕੰਮ ਹੀ ਨਹੀਂ ਕੀਤਾ, ਬੁਰਾ ਸੋਚਿਆ ਹੀ ਨਹੀਂ, ਬੁਰਾ ਕੀਤਾ ਹੀ ਨਹੀਂ, ਤੇ ਜਮ ਕੌਣ ਹੁੰਦੇ ਆ? ਜਮ ਬੱਬਰਾ ਵਿਚਾਰਾ ਕਰੂਗਾ ਕੀ ਉਥੇ? ਜੋ ਸਿੱਖ ਗੁਰੂ ਨਾਨਕ ਪਾਤਸ਼ਾਹ ਦਾ ਹੋ ਗਿਆ, ਜਮ ਦੀ ਕੀ ਔਕਾਤ ਹੈ ਸਾਹਮਣੇ ਆ? ਮਰਦ ਕਹਿੰਦੇ ਨਾਮ ਫੇਰ ਜਪਿਆ ਜਾਣਾ ਹੈ, ਹੰਕਾਰ ਦੇ ਸਹਿਤ ਨਹੀਂ। ਜੇ ਹੰਕਾਰ ਨਾਲ ਕੋਈ ਨਾਮ ਜਪਦਾ, ਹੰਕਾਰ ਨਾਲ ਸੇਵਾ ਕਰਦਾ, ਉਹ ਮੈਲੇ ਭਾਂਡੇ ਵਿੱਚ ਦੁੱਧ ਲਿਆਉਣ ਵਾਲਾ ਕੰਮ ਆ, ਉਹ ਘੜੀ ਵੀ ਨਹੀਂ ਕੱਢਣਾ।
ਫਟ ਜਾਣਾ ਉਹਨੇ, ਬਿਖਰ ਜਾਣਾ ਉਹਨੇ, ਖਰਾਬ ਹੋਣਾ ਏ। ਲੋਕ ਦਿਖਾਵਣ ਤੇ ਮਨ ਚਾਇ ਕੇ, ਸੱਚ ਕਮਾਏ ਸਭੇ ਸੁਖ ਪਾਹੀ। ਬੜਾ ਕੀਮਤੀ ਬਚਨ ਗੁਰੂ ਸਾਹਿਬ ਜੀ ਨੇ ਉਹਨਾਂ ਮੁੱਲਿਆਂ ਦੇ ਮੂੰਹ ਤੇ ਆਖਿਆ ਮਦੀਨੇ ਦੀ ਧਰਤੀ ਤੇ। ਕਹਿੰਦੇ ਲੋਕ ਦਿਖਾਵਾ ਬੰਦ ਕਰੋ, ਸੱਚ ਕਮਾਓ। ਸੌਰੀ, ਤਕਰੀਬਨ ਦੁਨੀਆ ਨਾ ਜਿੰਨੇ ਅਸੀਂ ਲੋਕ ਆ, ਸਾਡਾ ਜ਼ੋਰ ਲੱਗਿਆ ਦਿਖਾਵਾ ਕਰਨ ਤੇ। ਅਸੀਂ ਨਾ 100% ਜਿਹੜੇ ਤਿਆਰ ਹੋ ਰਹੇ ਆ ਕੱਪੜੇ ਪਾ ਕੇ, 10% ਬੰਦਾ ਤਿਆਰ ਹੋਵੇ ਨਾ ਆਪਣੇ ਲਈ ਹੁੰਦਾ ਹੈ, 90% ਲੋਕਾਂ ਲਈ। ਲੋਕ ਕੀ ਕਹਿਣਗੇ? ਆਪਾਂ ਜਦੋਂ ਕੱਪੜੇ ਖਰੀਦੀਏ ਨਾ, ਸਾਡਾ ਆਹ ਦਿਮਾਗ ਆ ਜਿਹੜਾ, ਇਹ ਪਤਾ ਤੋਂ ਕਿੱਥੇ ਘੁੰਮਦਾ ਹੁੰਦਾ ਹੈ, ਇਹ ਪਾਲੀ ਸ਼ਰਟ ਸੂਟ ਨਹੀਂ ਕਰਨੀ, ਆਹ ਸ਼ੂਜ਼ ਵਧੀਆ ਨਹੀਂ ਲੱਗਣੇ, ਆਹ ਕੱਪੜਾ ਜੱਜਣਾ ਨਹੀਂ, ਆਹ ਪੱਗ ਨਹੀਂ ਜੱਜਣੀ, ਲੋਕਾਂ ਤੋਂ ਡਿਫਰੈਂਟ ਲੱਗਾ, ਅਲੱਗ ਲੱਗਾ। ਹਉਮੈ ਆ ਨਾ ਇੱਕ। ਪਰ ਜਿਹਨੇ ਕੱਪੜੇ ਬਣਾਏ ਉਹਨੂੰ ਪੁੱਛੋ ਵੀ ਜਿਹੜੀ ਸ਼ਰਟ ਮੈਂ ਖਰੀਦ ਲਈ, ਜਿਹੜੇ ਸ਼ੂਜ਼ ਮੈਂ ਖਰੀਦ ਲਏ, ਵੀ ਇੱਕੋ ਹੀ ਡਾਈ ਬਣੀ ਸੀ ਉਹਦੇ ਨਾਲ ਤੇ ਦੁਬਾਰਾ ਬਣੀ ਨੇ? ਹਜ਼ਾਰਾਂ ਪੀਸ ਬਣਾ ਕੇ ਉਹਨਾਂ ਵੇਚਤੇ, ਲੋਕੀ ਪਾਈ ਫਿਰਦੇ, ਤੇ ਤੂੰ ਹਉਮੈ 'ਚ ਤੁਰਿਆ ਫਿਰਦਾ ਵੀ ਜਿਹੜੇ ਮੈਂ ਪਾਏ ਆ ਉਹ ਯੂਨੀਕ ਨੇ, ਉਹ ਹੈ ਹੀ ਨਹੀਂ ਕਿਸੇ ਕੋਲ। ਜਿਹੜੀ ਪੱਗ ਮੈਂ ਬੰਨੀ ਉਹ ਰੰਗ ਹੈ ਹੀ ਨਹੀਂ ਕਿਸੇ ਕੋਲ। ਜਾ ਕੇ ਵੇਖ ਜਿੱਥੇ ਬਣੀ ਹੈ, ਕੱਡੇ ਕੱਡੇ ਥਾਨ ਨਿਕਲ ਰਹੇ ਨੇ ਬਣ। ਕਿਹਨੇ ਬੰਨ ਕੇ ਛੱਡ ਦਿੱਤੀ ਹੈ, ਕਿਹਨੇ ਆ ਕੱਪੜੇ ਪਾ ਕੇ ਛੱਡ ਵੀ ਦਿੱਤੇ ਹੋਣੇ, ਤੇ ਤੂੰ ਫੰਦੇ ਕਾ ਬਣਿਆ ਫਿਰਦਾ ਵੀ ਜੋ ਮੈਂ ਪਾਇਆ ਉਹ ਹੈ ਹੀ ਨਹੀਂ। ਇਹ ਕੀ ਹੈ? ਦਿਖਾਵਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧਰਮ ਵਿੱਚ ਵੀ ਦਿਖਾਵਾ ਏ। ਇੱਕ ਤੋਂ ਇੱਕ ਵੱਧ ਮਾਲਾ ਪਾਉਣੀਆਂ, ਇੱਕ ਤੋਂ ਇੱਕ ਵੱਧ ਰੰਗਦਾਰ ਕੱਪੜੇ ਪਾਉਣੇ, ਦੁਨੀਆ ਨੂੰ ਦਿਖਾ ਕੇ ਦੱਸਣਾ ਵੀ ਅਸੀਂ ਧਰਮੀ ਹੁੰਦੇ ਆ। ਸੱਚ ਨੂੰ ਦਿਖਾਉਣ ਦੀ ਲੋੜ ਹੈ? ਸੱਚ ਕਦੇ ਦਿਖਾਵੇ ਕਰਦਾ ਹੈ? ਨਹੀਂ, ਦਿਖਾਵੇ ਕਰਦਾ ਝੂਠਾ, ਵੀ ਮੈਂ ਹੈ ਤੇ ਹੈ ਨਹੀਂ ਪਰ ਲੱਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚ ਕਮਾਓ, ਦਿਖਾਵਾ ਛੱਡੋ। ਉਹ ਤੁਸੀਂ ਹੱਦ ਤੇ ਆ ਕੇ ਦਿਖਾਵੇ ਕਰ ਰਹੇ ਹੋ, ਮੁੱਲਾਂ ਬਣ ਕੇ ਵਿਖਾਉਂਦੇ ਹੋ, ਉੱਚੀਆਂ ਥਾਵਾਂ ਤੇ ਬਹਿੰਦੇ ਹੋ, ਮਨ ਵਿੱਚ ਤੁਹਾਡੇ ਕੂੜ ਕਬਾੜ ਭਰਿਆ ਏ। ਦੋਹਰ ਸੁਣ ਕਰ ਸਭ ਹਰ ਖਾਈ ਕੇ, ਜਾਤੀ ਚਰਨ ਖਰਾਬ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਅੰਦਰੋਂ ਈਰਖਾ ਚਲੇ ਗਈ, ਹਉਮੈ ਚਲੇ ਗਈ। ਈਰਖਾ ਕਿੱਥੇ ਆਉਂਦੀ? ਜਿੱਥੇ ਹੰਕਾਰ ਹੋਵੇ। ਉਹ ਜਿਹੜਾ ਬੰਦਾ ਵਿਚਾਰਾ ਗਰੀਬ ਹੈ, ਗਰੀਬ 'ਚ ਕੀ ਈਰਖਾ ਹੈ? ਕਿਸੇ ਕਰੂਗਾ? ਉਹ ਕਹਿੰਦਾ ਮੈਂ ਤੁਰ ਕੇ ਜਾਣਾ, ਦੂਜਾ ਤੁਰ ਕੇ ਜਾਂਦਾ, ਮੈਨੂੰ ਉਹਦੇ ਨਾਲ ਕੀ ਈਰਖਾ ਹੈ? ਜਿਹੋ ਜਿਹੇ ਕੱਪੜੇ ਮੇਰੇ ਨੇ ਗਰੀਬ ਦੇ, ਉਹੋ ਜਿਹੇ ਦੂਜੇ ਤੇ ਮੈਨੂੰ ਕੀ ਈਰਖਾ ਹੈ? ਈਰਖਾ ਉਹ ਕਰੂ ਹੰਕਾਰ ਵਾਲਾ ਜਿਹਦੀ ਜੇਬ 'ਚ 4 ਪੈਸੇ, ਜੇਬ ਗਰਮ ਆ ਨਾ। ਉਹ ਕਹਿੰਦਾ ਤੈਥੋਂ ਵਧੀਆ ਕੱਪੜੇ, ਤੈਥੋਂ ਵਧੀਆ ਬੋਲਣਾ ਆਉਂਦਾ, ਤੈਥੋਂ ਚੰਗੀ ਥਾਂ ਪੜ੍ਹਿਆ, ਤੇਰੇ ਤੋਂ ਵਧੀਆ ਗੱਡੀ ਮੇਰੇ ਕੋਲੇ, ਤੂੰ ਕੌਣ ਆ? ਤੈਥੋਂ ਵੱਧ ਲੋਕ ਮੈਨੂੰ ਜਾਣਦੇ ਆ। ਈਰਖਾ ਕਿੱਥੇ ਹੈ? ਜਿੱਥੇ ਹੰਕਾਰ ਹੈ। ਜਿੱਥੇ ਨਿਮਰਤਾ ਹੈ ਉੱਥੇ ਈਰਖਾ ਦਾ ਕੀ ਕੰਪੈਰੀਜ਼ਨ ਹੈ ਕੋਈ ਉੱਥੇ ਗੱਲਬਾਤ? ਨਹੀਂ। ਸਤਿਗੁਰ ਕਹਿੰਦੇ ਈਰਖਾ ਛੱਡੋ। ਹੁਣ ਫੁੱਲ ਨੇ, ਜਿੰਨੇ ਫੁੱਲ ਨੇ ਪੂਰੇ ਵਰਲਡ 'ਚ ਜਿੱਥੇ ਮਰਜ਼ੀ ਘੁੰਮ ਲਓ, ਛੋਟਾ ਜਿਹਾ ਬੂਟਾ ਹੋਊਗਾ, ਫੁੱਲਾਂ ਨਾਲ ਭਰਿਆ ਹੋਊਗਾ। ਕੁਝ ਫੁੱਲ ਖਿੜਨ ਵਾਲੇ ਨੇ, ਕੁਝ ਖਿੜੇ ਹੁੰਦੇ ਨੇ, ਕੁਝ ਖਿੜ ਕੇ ਡਿੱਗ ਚੁੱਕੇ ਹੁੰਦੇ ਆ। ਪਰ ਤੁਹਾਨੂੰ ਹਰ ਫੁੱਲ ਖਿੜਿਆ ਮਿਲੂਗਾ। ਜੈਲਸੀ ਨਹੀਂ ਕਰਦਾ ਫੁੱਲ ਨਾਲ ਫੁੱਲ, ਫਲ ਨਾਲ ਫਲ ਨਹੀਂ ਕਰਦਾ ਵੀ ਇਹ ਛੇਤੀ ਪੱਕ ਗਿਆ ਮੈਂ ਪਿੱਛੇ ਰਹਿ ਗਿਆ। ਵੇਖਿਆ ਕਦੇ? ਨਹੀਂ। ਉਹਨੇ ਆਪਣੇ ਸਮੇਂ ਦੀ ਪੱਕਣਾ। ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਅੱਜ ਕਦੇ ਅਸੀਂ ਖਿੜੇ ਸੀ, ਮੁਰਝਾਉਣਾ ਜ਼ਰੂਰ ਹੈ। ਆ ਖਿੜ ਚੁੱਕੇ ਆ, ਅਸੀਂ ਖਿੜ ਰਹੇ ਆ, ਇਹਨਾਂ ਕੱਲ ਖਿੜਨਾ ਏ, ਰਹਿਣਾ ਹੱਸਣਾ ਹੀ ਹੈ। ਪਰ ਮੌਤ ਤੇ ਪੱਕੀ ਆਖੋ ਸਤਿਨਾਮ। ਕਿਤੇ ਹੈ ਹੀ ਨਹੀਂ ਸਾਡੇ ਕੋਲੇ ਤੋਂ ਵੱਧ ਕੁਛ। ਸਾਡੇ ਕੋਲ ਵਿਹਲਾ ਸਮਾਂ, ਅਸੀਂ ਆ ਅਲਫ ਵੇਲੇ। ਇਸ ਕਰਕੇ ਸਾਡੇ ਕੋਲ ਨਿੰਦਿਆ ਏ, ਚੁਗਲੀ ਹੈ, ਈਰਖਾ ਏ, ਸਾੜਾ ਏ, ਨਫ਼ਰਤ ਹੈ। ਤੇ ਮੈਂ ਕਹਿੰਦਾ ਜੀ ਜਿਹੜੇ ਬੰਦੇ ਕੋਲ ਸਮਾਂ ਨਹੀਂ, ਬਿਜ਼ੀ ਹੋਵੇ ਨਾ, ਉਹਦੇ ਕੋਲ ਲੜਨ ਦਾ ਹੀ ਸਮਾਂ ਨਹੀਂ, ਕਿਸੇ ਨਾਲ ਭਿੜਨ ਦਾ ਸਮਾਂ ਨਹੀਂ, ਕਿਸੇ ਨਾਲ ਬਹਿਸਬਾਜ਼ੀ ਕਰਨ ਦਾ ਸਮਾਂ ਨਹੀਂ ਕਿਸੇ ਨਾਲ। ਤੇ ਜਿਹੜਾ ਜੀ ਰੱਬ ਨਾਲ ਜੁੜਿਆ ਉਹਦੇ ਕੋਲ ਸਮਾਂ ਕਿੱਥੇ ਹੋਵੇ ਇਹਨਾਂ ਚੀਜ਼ਾਂ ਹੈ? ਇੱਕ ਸਾਡੇ ਪਰਿਵਾਰ 'ਚੋਂ ਕੋਈ ਮੈਂਬਰ ਐਸਾ ਹੋਵੇ ਜਿਹੜਾ ਜੀ 8 ਘੰਟੇ 10-12 ਘੰਟੇ ਕੰਮ ਕਰਦਾ ਹੈ, ਉਹਦੇ ਕੋਲ ਰਿਸ਼ਤੇਦਾਰੀ 'ਚ ਜਾਣ ਦਾ ਸਮਾਂ ਨਹੀਂ ਹੁੰਦਾ, ਕਿਸੇ ਨਾਲ ਫੋਨ ਤੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਫਿਰ ਲੜੂ ਕਿਹਦੇ ਨਾਲ? ਨਾਰਾਜ਼ਗੀ ਦੇ ਨਾਲ ਹੋਊਗਾ? ਕਿਸੇ ਨਾਲ ਨਹੀਂ। ਕਿਉਂਕਿ ਉਹ ਤੇ ਆਪ ਡਰਦਾ ਫਿਰਦਾ, ਮੇਰੇ ਕੋਲ ਸਮਾਂ ਨਹੀਂ, ਮੈਂ ਸਮਾਂ ਦੇ ਨਹੀਂ ਪਾਉਂਦਾ, ਮੈਂ ਮਾੜਾ ਕਿਸੇ ਨੂੰ ਕਿਉਂ ਕਹਿਣਾ ਹੈ? ਜਿਹੜਾ ਰੱਬ ਨਾਲ ਜੁੜਿਆ ਜੀ ਉਹਦੇ ਕੋਲ ਕਿਸੇ ਲਈ ਸਮਾਂ ਨਹੀਂ। ਤੇ ਵਿਹਲੇ ਬੰਦੇ ਰਾਹ ਜਾਂਦੇ ਨੂੰ ਪੁੱਛਦੇ ਆ, ਤੂੰ ਕਿਹੜੇ ਪਿੰਡੋਂ ਆ ਬਈ, ਕਿੱਥੇ ਚੱਲਿਆ? ਲੈ ਬੱਸ 'ਚ ਬਹਿ ਜਾਓ। ਉੱਥੇ ਵੀ ਲੋਕ ਵਿਹਲੇ। ਫਲਾਣਾ ਪਿੰਡ ਅਸੀਂ ਉੱਥੇ ਰਹਿੰਦੇ ਸੀ, ਸਾਡੀ ਭੂਆ ਵਿਆਹੀ ਸੀ, ਸਾਡੀ ਮਾਸੀ ਵਿਆਹੀ ਆ ਉੱਥੇ, ਫਲਾਣਾ ਗੱਲਾਂ। ਇਹ ਵਿਹਲਿਆਂ ਦੇ ਕੰਮ ਨੇ।
ਪਰ ਪੜ੍ਹਿਆ ਲਿਖਿਆ ਬੰਦਾ ਹੋਊਗਾ, ਜੇ ਕੋਈ ਨਾਮ ਜਪਣ ਵਾਲਾ ਉਹ ਲੈ ਕੇ ਸਿਮਰਨਾ ਬਾਅਦ ਚ ਬੈਠਾ ਵੀ ਸਿਮਰਨ ਕਰੀ ਜਾਂਦਾ। ਉਹ ਕਹਿੰਦਾ ਫਜ਼ੂਲ ਗੱਲਾਂ ਨੇ। ਉਹ ਧਰਮ ਦੇ ਥਾਂ ਤੇ ਬੈਠਾ ਵੀ ਕਥਾ ਵੀ ਸੁਣਦਾ, ਕੀਰਤਨ ਵੀ ਸੁਣਦਾ, ਅੰਦਰ ਵਾਹਿਗੁਰੂ 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 ਚੱਲਦਾ, ਕਿਉਂਕਿ ਇਹਦੇ ਕੋਲ ਸਮਾਂ ਨਹੀਂ ਕਿਸੇ ਲਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੁਹਾਡੇ ਕੋਲ ਕਿੰਨਾ ਖੁੱਲਾ ਸਮਾਂ ਹੈ, ਤੁਸੀਂ ਜਿਹੜਾ ਵੀ ਆਉਂਦਾ ਹਾਜੀ ਉਹਨੂੰ ਕਹਿੰਦੇ ਹੋ ਹਿੰਦੂ ਛੋਟੇ ਅਸੀਂ ਵੱਡੇ। ਵੇਲਣਾ ਦਾ ਕੰਮ ਹੈ, ਹੰਕਾਰਿਆਂ ਦਾ ਕੰਮ ਹੈ, ਈਰਖਾ ਦਾ ਕੰਮ ਹੈ। ਜਦੋਂ ਮਰਦ ਦੇ ਬਚਨ ਸੁਣੇ ਅੰਦਰ ਸਾਫ਼ ਹੋ ਗਿਆ, ਕਲੀਨ ਹੋ ਗਿਆ, ਫੁੱਲਾਂ ਵਾਂਗ ਖਿੜ ਗਏ, ਹੱਥ ਜੋੜ ਕੇ ਕਹਿੰਦੇ ਬਾਬਾ ਆਪਣੇ ਚਰਨਾਂ ਦੀ ਇੱਕ ਖੜਾਮ ਦੇ ਦਿਓ। ਆਖੋ ਸਤਨਾਮ। ਇੱਕ ਖੜਾਮ। ਹੁਣ ਇੱਥੇ ਕੌਣ ਆਇਆ ਹੋਇਆ? ਕਾਜੀ ਰੁਕਨਦੀਨ, ਜਿਹੜਾ ਮੱਕੇ 'ਚ ਗੁਰੂ ਸਾਹਿਬ ਨੂੰ ਮਿਲਿਆ ਸੀ ਨਾ, ਕਹਿੰਦਾ ਸੀ ਬਾਬਾ ਇਹ ਦੱਸ ਪੁੱਛਣ ਫੂਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ। ਜਿਹਦਾ ਜਵਾਬ ਗੁਰੂ ਬਾਬਾ ਜੀ ਨੇ ਦਿੱਤਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਨੇ। ਚੰਗੇ ਕਰਮਾਂ ਤੋਂ ਬਿਨਾਂ ਕਹਿੰਦੇ ਦੋਨੇ ਰੋਂਦੇ ਫਿਰਦੇ ਆ। ਜੇ ਕਰਮ ਚੰਗੇ ਨਹੀਂ ਤੇ ਪੱਲੇ ਕੱਖ ਨਹੀਂ। ਉਹ ਕਾਜੀ ਰੁਕਨਦੀਨ ਤੇ ਉਹਦੇ ਸਾਥੀ ਉਸ ਵੇਲੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਆਪਣੇ ਚਰਨਾਂ ਦੀ ਇੱਕ ਖੜਾਮ ਦੇ ਦਿਓ। ਕਿਉਂ ਮੰਗਦੇ ਆ? ਇਹ ਤੇ ਕਹਿੰਦੇ ਸੀ ਉਹ ਤੂੰ ਬਾਹਰ ਚੱਲ ਕਾਫਰਾ ਖੜਾਮ ਪਾਈ ਫਿਰਦਾ, ਤੈਨੂੰ ਮੁਹੰਮਦ ਸਾਹਿਬ ਰਸੂਲ ਦੇ ਘਰ ਦਾ ਨਹੀਂ ਪਤਾ। ਤਰਲੇ ਕਰਦੇ ਨੇ ਪਾਤਸ਼ਾਹ ਇੱਕ ਖੜਾਮ ਦੇ ਦਿਓ। ਕੀ ਕਰਾਂਗੇ? ਪੂਜਾ ਕਰਾਂਗੇ, ਸਤਿਕਾਰ ਕਰਾਂਗੇ, ਨਿਸ਼ਾਨੀ ਵਜੋਂ ਨਜ਼ਰਾਨਾ ਦੇ ਦਿਓ। ਹਿਤ ਪੂਜਨ ਕੀ ਤਹ ਰੱਖੇ ਪੁਤੀ ਗੋਰ ਜਿਹ ਥਾਮ। ਸਤਿਗੁਰਾਂ ਨੇ ਇੱਕ ਖੜਾਮ ਛੱਡੋ ਦੋਨੇ ਦੇ ਦਿੱਤੀਆਂ। ਲੈ ਲਓ ਕਹਿੰਦੇ ਖੜਾਵਾਂ ਲਈਆਂ, ਨਮਸਕਾਰ ਕੀਤੀ, ਮੁਹੰਮਦ ਸਾਹਿਬ ਦੀ ਕਬਰ ਦੇ ਕੋਲੇ ਰੱਖੀ। ਉਦੋਂ ਤੱਕ ਉਹਨਾਂ ਖੜਾਵਾਂ ਦੀ ਪੂਜਾ ਹੁੰਦੀ ਰਹੀ। ਅੱਜ ਤੁਹਾਡੇ 'ਚ ਕੋਈ ਸਵਾਲ ਕਰੇ ਵੀ ਅੱਜ ਤੇ ਖੜਾਮ ਹੀ ਨਹੀਂ ਹੈਗੀ, ਉੱਥੇ ਕਿੱਥੇ ਆ ਖੜਾਮ? ਹੁਣ ਇਹ ਬਹੁਤ ਵੱਡਾ ਰੌਲਾ ਹੈ ਵੀ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਖੜਾਵਾਂ ਲੈ ਕੇ ਗਏ ਤੇ ਖੜਾਵਾਂ ਗਈਆਂ ਕਿੱਥੇ? ਜਦੋਂ ਆਪਾਂ ਤਵਾਰੀਖਾਂ ਪੜ੍ਹਦੇ ਆ ਨਾ ਇਸਲਾਮ ਦੀਆਂ, ਕਿਉਂਕਿ ਦੇਖੋ ਹਰ ਧਰਮ ਦੀ ਨੌਲੇਜ ਹੋਣੀ ਚਾਹੀਦੀ ਹੈ। ਤੁਸੀਂ ਵਿਦਵਾਨ ਤਾਂ ਹੋ, ਪ੍ਰਚਾਰਕ ਤਾਂ ਹੋ, ਤੁਸੀਂ ਲੱਗੇ ਆ ਲੋਕਾਂ ਨੂੰ ਉਪਦੇਸ਼ ਦੇਣ ਤੇ ਆਪਣੇ ਪੱਲੇ ਕੱਖ ਨਹੀਂ ਤੇ ਪੜ੍ਹਿਆ ਕੁਛ ਨਹੀਂ। ਪੰਜਾਂ ਪਿਆਰਿਆਂ ਤੋਂ ਵੱਧ ਸਾਨੂੰ ਪਤਾ ਕੁਛ ਨਹੀਂ, ਧਰਮ ਬਾਰੇ ਨੌਲੇਜ ਕੋਈ ਨਹੀਂ। ਹਾਂ ਆਪਣੇ ਧਰਮ ਨੂੰ ਜੇ ਵੱਡਾ ਕਹਿਣਾ ਨਾ, ਦੁਨੀਆ ਦੇ ਹਜ਼ਾਰਾਂ ਧਰਮਾਂ ਦੀ ਸਟੱਡੀ ਕਰੋ, ਪੜ੍ਹੋ, ਉਹਨਾਂ 'ਚ ਕੀ ਫਰਕ ਹੈ ਤੇ ਸਾਡੇ ਧਰਮ 'ਚ ਕੀ ਫਰਕ ਹੈ, ਸਾਡਾ ਧਰਮ ਕੀ ਸਿਖਾਉਂਦਾ, ਬਾਕੀ ਕੀ ਕਹਿੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਉਹ ਖੜਾਵਾਂ ਕਈ ਸਾਲਾਂ ਤੱਕ ਮੱਕੇ ਮਦੀਨੇ ਵਿੱਚ ਪੂਜੀਆਂ ਗਈਆਂ। ਜਿਹੜਾ ਰੁਕਨਦੀਨ ਹੈ ਨਾ, ਹਾਜੀ ਕਾਜੀ, ਇਹ ਬੇਸਿਕਲੀ ਨਾ ਹਿੰਦੁਸਤਾਨ ਤੋਂ ਸੀ। ਪਹਿਲਾਂ ਅਰਬ ਰਹਿੰਦੇ ਸੀ, ਅਰਬ ਕੰਟਰੀ ਛੱਡ ਕੇ ਜਦੋਂ ਬਾਬਰ ਵਰਗੇ ਇੱਧਰ ਆਏ ਨੇ ਨਾ ਗੁਰੂ ਨਾਨਕ ਸਾਹਿਬ ਜੀ ਦੇ ਇਸ ਇਲਾਕੇ 'ਚ, ਇਸ ਪੰਜਾਬ 'ਚ ਆਏ ਆ, ਕਹਿੰਦੇ ਸਾਰੇ ਦਾ ਸਾਰਾ ਪਰਿਵਾਰ ਹਿੰਦੁਸਤਾਨ ਸ਼ਿਫਟ ਹੋ ਗਿਆ। ਕਿਉਂਕਿ ਇਹ ਜਿਹੜੀ ਸਲਤਨਤ ਦਾ ਦੌਰ ਚੱਲਦਾ ਨਾ, ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ, ਇਹ ਮੁਸਲਮਾਨਾਂ ਦਾ ਸ਼ਾਸਨ ਸੀ, ਇਸਲਾਮ ਦਾ ਰਾਜ ਸੀ। ਉਦੋਂ ਕੋਈ ਕਿਧਰੇ ਵੀ ਆ ਜਾ ਸਕਦਾ ਸੀ, ਮੁਸਲਮਾਨਾਂ ਉੱਤੇ ਮੌਜਾਂ ਬਣੀਆਂ ਸੀ। ਕਹਿੰਦੇ ਜਦੋਂ ਉਹ ਆਏ, ਉਹ ਗੁਰੂ ਬਾਬਾ ਜੀ ਦੀ ਇਸ ਮੁਕੱਦਸ ਵਸਤੂ ਨੂੰ ਆਪਣੇ ਨਾਲ ਲੈ ਕੇ ਹਿੰਦੁਸਤਾਨ ਆ ਗਏ। ਅੱਜ ਵੀ ਰੁਕਨਦੀਨ ਦਾ ਪਰਿਵਾਰ ਜਿੱਥੇ ਵੀ ਰਹਿੰਦਾ ਹੈ, ਉਹਨਾਂ ਕੋਲ ਗੁਰੂ ਨਾਨਕ ਸਾਹਿਬ ਦੀਆਂ ਉਹ ਖੜਾਵਾਂ ਸੰਭਾਲ ਕੇ ਰੱਖੀਆਂ ਨੇ। ਉਹ ਕਹਿੰਦੇ ਬਰਕਤ ਦੀ ਨਿਸ਼ਾਨੀ ਹੈ। ਤੇ ਸਾਡੀਆਂ ਸਿੱਖ ਸੰਸਥਾਵਾਂ ਬੜੀ ਵਾਰ ਉਹਨਾਂ ਕੋਲ ਗਏ ਵੀ ਅਰਬਾਂ ਲੱਖਾਂ ਰੁਪਇਆ ਲੈ ਲਓ, ਹਜ਼ਾਰਾਂ ਡਾਲਰ ਲੈ ਲਓ, ਸਾਨੂੰ ਨਿਸ਼ਾਨੀ ਦੇ ਦਿਓ। ਉਹ ਕਹਿੰਦੇ ਨਹੀਂ, ਇਹ ਬੇਸ਼ਕੀਮਤੀ ਤੇ ਅਮੋਲਕ ਵਸਤੂ ਹੈ, ਇਹਦਾ ਮੁੱਲ ਹੀ ਨਹੀਂ ਤੇ ਵੇਚੀਏ ਕਿਉਂ। ਆਖੋ ਸਤਨਾਮ। ਇਹ ਤੇ ਮਰਦ ਨੇ ਸਾਨੂੰ ਦਿੱਤੀ ਹੈ। ਅੱਜ ਵੀ ਬੜੇ ਐਸੇ ਨਗਰ ਨੇ, ਭਾਈ ਸੱਚਨ ਸੱਚ ਜੀ ਦਾ ਨਗਰ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਖੜਾਮ ਪਈ ਹੈ। ਬੜੇ ਨਾਸਤਕ ਲੋਕ ਗੱਲਾਂ ਕਰਦੇ ਆ, ਪਰ ਅੱਜ ਵੀ ਜਾ ਕੇ ਵੇਖੋ, ਜਿਹੜਾ ਜ਼ੁਬਾਨ ਤੋਂ ਬੋਲਦਾ ਨਹੀਂ ਗੂੰਗਾ ਹੈ, ਜਿਹਨੂੰ ਕਈ ਤਰ੍ਹਾਂ ਦੇ ਰੋਗ ਨੇ, ਅੱਜ ਵੀ ਉਹ ਖੜਾਮ ਜਦੋਂ ਮੱਥੇ ਨਾਲ ਲਾਉਂਦੇ ਆ ਤੇ ਗੂੰਗੇ ਬੋਲਦੇ ਆ। ਭਾਈ ਸੱਚਨ ਸੱਚ ਜੀ ਨੂੰ ਬਖਸ਼ੀ, ਅੱਜ ਵੀ ਕਮਰ ਠੀਕ ਹੁੰਦਾ ਹੈ, ਝੱਲ ਲੱਥ ਜਾਂਦਾ ਏ। ਮਾਨਸਾ ਜ਼ਿਲ੍ਹਾ ਵਿੱਚ ਪਿੰਡ ਪੈਂਦਾ ਬੁਢਲਾਡੇ ਦੇ ਕੋਲੇ ਸੈਦੇਵਾਲ, ਜਿੱਥੇ ਇਹ ਪਾਵਨ ਮੁਕੱਦਸ ਖੜਾਵਾਂ ਪਈਆਂ ਨੇ। ਇਕੱਲੇ ਖੜਾਮ ਦਾ ਜ਼ਿਕਰ ਨਹੀਂ, ਉਹ ਤੇ ਬਚਨ ਕੰਮ ਕਰਦੇ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ। ਸਾਡੇ ਧਰਮ 'ਚ ਬਹੁਤ ਕੁਛ ਹੈ, ਉਹ ਅਲੱਗ ਗੱਲ ਆ ਵੀ ਸਾਡਾ ਬੇਈਮਾਨ ਅਸੀਂ ਦੱਸਦੇ ਹੀ ਨਹੀਂ। ਅਸੀਂ ਬਾਬਿਆਂ ਮਗਰ ਲਾਇਆ ਹੋਇਆ, ਇਹਨਾਂ ਨੂੰ ਮੱਥੇ ਟੇਕੋ, ਬਸ ਇਹ ਤੋਂ ਬਾਹਰ ਕੁਛ ਨਹੀਂ। ਗੁਰੂ ਨਾਨਕ ਸਾਹਿਬ ਦੀਆਂ ਉਹ ਖੜਾਵਾਂ ਜੋ ਮਦੀਨੇ ਵਿੱਚ ਪਈਆਂ ਅੱਜ ਦੇ ਨੇ, ਰੁਕਨਦੀਨ ਜੀ ਦੇ ਪਰਿਵਾਰ ਕੋਲੇ ਹੈ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ
ਰਾਏਕੋਟ ਦੇ ਰਾਜੇ ਰਾਏ ਕੱਲੇ ਨੂੰ ਗੰਗਾ ਜਲ ਬਖਸ਼ਿਆ ਸੀ ਨਾ, ਕੜਵਾ ਅੱਜ ਤੱਕ ਉਹਨਾਂ ਦੇ ਪਰਿਵਾਰ ਕੋਲੇ ਹੈ। ਸਾਡੀ ਕੌਮ ਮੰਗਦੀ, ਉਹ ਦਿੰਦੇ ਨਹੀਂ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਆਪਣੇ ਥਾਂ ਨਹੀਂ ਛੱਡੇ, ਆਪਣੇ ਰੁੱਖ ਨਹੀਂ ਛੱਡੇ, ਆਪਣੀਆਂ ਨਿਸ਼ਾਨੀਆਂ ਨਹੀਂ ਛੱਡੀਆਂ। ਗੁਰੂ ਕਲਗੀਧਰ ਪਾਤਸ਼ਾਹ ਦੀ ਓਰੀਜਨਲ ਕਲਗੀ ਚੰਦ ਤੋੜਾ ਕਿੱਥੇ ਹੈ ਪਤਾ ਕਿਸੇ ਨੂੰ? ਉਹਦੇ ਪਿੱਛੇ 15 ਸਾਲਾਂ ਦੀਆਂ ਮਿਹਨਤਾਂ ਲੱਗੀਆਂ। ਉਹਨੂੰ ਕਿਵੇਂ ਖੋਜਿਆ ਗਿਆ, ਇੰਗਲੈਂਡ ਤੋਂ ਗੁਰੂ ਕੇ ਪਿਆਰੇ ਕਿਵੇਂ ਲੈ ਕੇ ਆਏ, ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈ ਹੋਈ ਹੈ, ਉੱਥੇ ਪਈ ਹੈ। ਅਗਲਿਆਂ ਖੁਰਦ-ਬੁਰਦ ਕੀਤੀ ਆ ਵੀ ਕੌਮ ਨੂੰ ਪਤਾ ਹੀ ਨਾ ਲੱਗ ਜੇ। ਸਤਿਨਾਮ ਸਕੂਲ ਆ ਸਾਡੇ ਕੌਮ ਦੇ, ਕਲਗੀਧਰ ਜੀ ਦੀ ਕਲਗੀ। ਦਰਸ਼ਨ ਕਿਉਂ ਨਹੀਂ ਕਰਾਉਂਦੇ ਵੀ, ਦਿਖਾਉਂਦੇ ਕਿਉਂ ਨਹੀਂ? ਆ ਪਿੱਛੇ ਸੁਣਿਆ ਨਾ ਘੁੜਾਣੀ ਕਲਾ ਤੋਂ 52 ਕਲੀਆਂ ਦਾ ਚੋਲਾ ਕਹਿੰਦੀ ਉੱਥੇ ਭੇਜਣਾ ਗਵਾਲੀਅਰ। ਰੌਲਾ ਕੀ ਹੈ? ਸਾਜ਼ਿਸ਼ਾਂ ਨੇ ਏਜੰਸੀਆਂ ਦੀਆਂ। ਇਹਨਾਂ ਦੇ ਧਾਰਮਿਕ ਸਥਾਨ ਡੈਮੇਜ ਕਰੋ, ਇਹਨਾਂ ਦੀਆਂ ਰਹੋ ਰਹੀਤਾਂ ਖਤਮ ਕਰ ਦਿਓ। ਗੁਰੂ ਪਾਤਸ਼ਾਹ ਨੇ ਜਿਹਨੂੰ ਜੋ ਬਖਸ਼ਿਆ ਵੀ ਉਹਨਾਂ ਦੇ ਪਰਿਵਾਰ ਕੋਲ ਹੀ ਰਹਿਣਾ ਚਾਹੀਦਾ। ਕਿਤੇ ਵੀ ਇਹ ਕੁਛ ਰਹਿਮਤਾਂ ਨੇ ਬਖਸ਼ਿਸ਼ਾਂ ਨੇ। ਹਾਂ ਪਰਿਵਾਰ ਆ ਕੇ ਆਕੇ ਜੀ ਸੰਭਾਲ ਨਹੀਂ ਸਕਦੇ, ਉਹ ਦੇ ਦਿੰਦੇ ਆ। ਜਿਵੇਂ ਭਗਤ ਕਬੀਰ ਜੀ ਦੀ ਖੱਡੀ, ਉਹਨਾਂ ਦਾ ਸਮਾਨ ਜਿਹਦੇ ਨਾਲ ਉਹ ਦਰੀਆਂ ਚਾਦਰਾਂ ਬੁਣਦੇ ਸੀ, ਪਰਿਵਾਰ ਨੇ ਜਦੋਂ ਤੱਕ ਸੰਭਾਲਿਆ। ਜਦੋਂ ਉਹ ਕਹਿੰਦੇ ਜੀ ਸਾਡੇ ਤੋਂ ਸੰਭਾਲਿਆ ਨਹੀਂ ਜਾਂਦਾ, ਹੱਥ ਖੜੇ ਕਰਤੇ ਤੇ ਫਿਰ ਪਟਨਾ ਸਾਹਿਬ ਦੇ ਪਾਵਨ ਤਖਤ ਤੇ ਉਹਨਾਂ ਭੇਟ ਕਰਤੀ। ਅੱਜ ਉੱਥੇ ਦਰਸ਼ਨ ਹੁੰਦੇ ਆ। ਤੁਸੀਂ ਜਦ ਵੀ ਜਾਂਦੇ ਹੋ ਦਰਸ਼ਨ ਕਰਕੇ ਆਓ। ਭਗਤ ਕਬੀਰ ਜੀ ਦੀ ਉਹ ਖੱਡੀ ਜਿਹਦੇ ਨਾਲ ਉਹ ਕੱਪੜਾ ਬੁਣਦੇ ਰਹੇ ਆ ਜਦੋਂ ਬੇਬਸ ਹੋ ਗਏ। ਕਾਜੀ ਰੁਕਨਦੀਨ ਦਾ ਪਰਿਵਾਰ ਬੇਸ਼ੱਕ ਮੁਸਲਮਾਨ ਹੈ, ਅੱਜ ਵੀ ਖੜਾਵਾਂ ਉਹਨਾਂ ਕੋਲੇ ਨੇ। ਹੱਥ ਜੋੜ ਕੇ ਉਹਨਾਂ ਨੇ ਖੜਾਵਾਂ ਮੰਗੀਆਂ ਨੇ। ਇਹ ਤੱਕ ਦਿਵਸ ਬਤਾਏ ਤਹੀਂ ਸ਼੍ਰੀ ਨਾਨਕ ਗੁਣ ਖਾਨ। ਗੁਣਾਂ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁੱਲਿਆਂ ਦੀ ਬੇਨਤੀ ਸੁਣ ਕੇ ਹਾਜੀਆਂ ਦੀ। ਦੇਖੋ ਨਫ਼ਰਤ ਹੈ ਅੰਦਰ ਕੋਈ? 1% ਕਤਰਾ ਵੀ ਨਫ਼ਰਤ ਦਾ ਪ੍ਰੇਮ ਕਹਿੰਦੇ। ਜਿਹਨੇ ਮਾੜਾ ਵੀ ਬੋਲਤਾ ਨਾ ਉਹਨੂੰ ਵੀ ਹੱਥ ਜੋੜਦੇ ਸੀ। ਐਡੀ ਵੱਡੀ ਨਿਮਰਤਾ ਗੁਰੂ ਨਾਨਕ ਸਾਹਿਬ ਜੀ ਵਿੱਚ। ਇਸੇ ਕਰਕੇ ਬੜਿਆਂ ਨੂੰ ਇਹ ਧਰਮ ਚੁੱਭਦਾ ਤੇ ਬੜਿਆਂ ਨੂੰ ਇਹ ਪਿਆਰਾ ਵੀ ਹੁੰਦਾ। ਗੋਰਿਆਂ ਨੇ ਦੁਨੀਆ ਦੇ ਧਰਮਾਂ ਦੀ ਸਟੱਡੀ ਕਰ ਲਈ, ਪਰ ਜਦੋਂ ਨਾ ਗੁਰੂ ਨਾਨਕ ਸਾਹਿਬ ਦਾ ਧਰਮ ਪੜ੍ਹਿਆ ਨਾ, ਇਸ ਮਾਰਗ ਨੂੰ ਪੜ੍ਹਿਆ, ਗੁਰੂ ਕੇ ਖਾਲਸਿਆਂ ਦੀਆਂ ਕੁਰਬਾਨੀਆਂ ਵੇਖੀਆਂ, ਅੱਖਾਂ ਭਰ ਆਈਆਂ। ਉਹ ਇਸ ਕੌਮ ਦੇ ਵਿੱਚ 6 ਮਹੀਨੇ ਦੇ ਬੱਚੇ ਸ਼ਹੀਦ, 5 7 ਸਾਲ ਦੀਆਂ ਨੰਨੀਆਂ ਜਿੰਦਾਂ ਸ਼ਹੀਦ ਨਹੀਂ ਅੱਜ ਹੋਏ। ਕਹਿੰਦੇ ਸਾਡਾ ਤੇ ਇੱਕ ਸੂਲੀ ਚੜਿਆ ਸੀ, ਪੂਰੀ ਦੁਨੀਆ ਕ੍ਰਿਸਚਨ ਬਣਾਤੀ। ਕਹਿੰਦੇ ਕਿੱਡੇ ਬੇਗੈਰ ਤੇ ਸਿੱਖ ਨੇ। ਉਹ ਇਹਨਾਂ ਦੇ ਪਰਿਵਾਰਾਂ ਚੋਂ, ਇਹਨਾਂ ਦੇ ਕੌਮ ਚੋਂ ਲੱਖਾਂ ਸ਼ਹੀਦੀਆਂ ਹੋ ਗਈਆਂ, 10 ਲੱਖ ਤੋਂ ਵੱਧ ਸ਼ਹੀਦੀਆਂ ਨੇ। ਪਰ ਕਹਿੰਦੇ ਇਹਨਾਂ ਨੂੰ ਆਪਣਿਆਂ ਦਾ ਪਤਾ ਹੀ ਕੋਈ ਨਹੀਂ ਵੀ ਸਾਡੇ ਹੈ ਕੌਣ ਨੇ, ਨਾ ਹੀ ਯਾਦ ਨਹੀਂ। ਕੁਰਬਾਨੀਆਂ ਇਹਨਾਂ ਕੀ ਕਰਨੀਆਂ ਨੇ, ਕੀ ਕਰ ਦੇਣਾ ਇਹਨਾਂ ਨੇ ਆਪਣੀ ਕੌਮ ਲਈ। ਗੱਲਾਂ ਦਾ ਕੜਾ ਸਾਡੇ ਪੰਜਾਬੀਆਂ ਕੋਲ ਬੜਾ। ਮੈਂ ਕਹਿੰਦਾ ਜਿਹਨੂੰ ਮਰਜ਼ੀ ਛੇੜਦਾ, ਸਾਰੇ ਵਿਦਵਾਨ ਨੇ ਇੱਥੇ। ਜਿਹਦੀ ਮਰਜ਼ੀ ਬਾਂਹ ਫੜ ਲਾ, ਉਹ ਕਹਿੰਦਾ ਬਹਿ ਬਾਬਾ ਤੈਨੂੰ ਮੈਂ ਸੁਣਾਉਣਾ ਬਾਬੇ ਨਾਨਕ ਦੀ ਸਾਖੀ। ਸਾਖੀਆਂ ਹੀ ਨੇ ਬੱਲੇ, ਜੀਵਨ 'ਚ ਤੇ ਹੈ ਹੀ ਕੁਛ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਰਹੇ, ਪ੍ਰੇਮ 'ਚ ਰਹੇ। ਉਹਨਾਂ ਬੜੀ ਸੇਵਾ ਕੀਤੀ ਹੈ। ਕਈ ਦਿਨ ਇੱਥੇ ਬਤੀਤ ਕੀਤੇ। ਪਹਿਲਾਂ ਕਾਬੇ 'ਚ ਬਤੀਤ ਕਰਕੇ ਆਏ, ਮੱਕੇ ਦੀ ਧਰਤੀ ਤੇ, ਹੁਣ ਇੱਥੇ। ਫਿਰ ਇੱਕ ਦਿਨ ਮਹਾਰਾਜ ਦੇ ਮਨ 'ਚ ਫੁਰਨਾ ਆਇਆ, ਕਹਿੰਦੇ ਮਰਦਾਨਿਆ ਤੇਰੀ ਤੇ ਭਾਈ ਭਾਵਨਾ ਪੂਰੀ ਹੋ ਗਈ, ਤੂੰ ਤੇ ਥੋੜੀ ਦੇਰ ਲਈ ਆਇਆ ਸੀ, ਆਪਾਂ ਤਾਂ ਕਈ ਦਿਨ ਹੋ ਗਏ, ਚਲੋ ਵਾਪਸ ਚਲੀਏ। ਮੱਕੇ ਕੋ ਆਏ ਬੋਹਰ ਵੈਸੇ ਪੂਰਬ ਥਾਮ। ਹੁਣ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ, ਬਾਲਾ ਜੀ ਨੂੰ ਲੈ ਕੇ ਆਪਣੀਆਂ ਖੜਾਵਾਂ ਦੇ ਕੇ ਇੱਕ ਖੜਾਮ ਦੇਤੀ ਹੈ ਮੱਕੀ ਵਾਂਗੇ। 12 ਦਿਨ ਦਾ ਸਫ਼ਰ ਤੈਅ ਕੀਤਾ ਉਸੇ ਤਰ੍ਹਾਂ ਹੀ। ਦਿਨ ਕਹਿੰਦੇ ਰਾਤ ਕਹਿੰਦੇ। ਕਿਉਂ? ਉਹ ਤੇ ਇਹੋ ਜਿਹਾ ਮੌਕਾ ਲੱਭਦੇ ਸੀ ਵੀ ਟੁੱਟੇ ਲੋਕ ਮਿਲਣਗੇ, ਜੁੜਨਗੇ, ਉਹਨਾਂ ਨੂੰ ਸੱਚ ਦਾ ਰਾਹ ਦੱਸਾਂਗੇ। ਜਿੱਥੇ ਕੋਈ ਕੈਂਪ ਲੱਗਾ, ਕੋਈ ਮੁਸਲਮਾਨ ਬੈਠੇ, ਗੁਰੂ ਬਾਬਾ ਜੀ ਜਾ ਬੈਠੇ ਸੀ, ਕਹਿੰਦੇ ਸੀ ਭਾਈ ਅੱਲਾ ਅੱਲਾ ਕਰਿਆ। ਕਿਸੇ ਨੂੰ ਨਹੀਂ ਕਿਹਾ ਵਾਹਿਗੁਰੂ ਜਪੋ। ਧਿਆਨ ਦਿਓ, ਦੱਸੇ ਸਤਿਗੁਰਾਂ ਦਾ ਜੀਵਨ ਸੁਣ ਰਹੇ ਹੋ। ਕਦੇ ਸੁਣਿਆ ਮਰਦ ਨੇ ਕਿਸੇ ਮੁਸਲਮਾਨ ਨੂੰ ਕਿਹਾ ਹੋਵੇ ਵੀ ਅੱਜ ਤੋਂ ਬਾਅਦ ਅੱਲਾ ਨਹੀਂ ਕਹਿਣਾ, ਵਾਹਿਗੁਰੂ ਜਪਣਾ? ਕਿਸੇ ਹਿੰਦੂ ਵੀਰ ਨੂੰ ਕਿਹਾ ਹੋਵੇ ਵੀ ਅੱਜ ਤੋਂ ਬਾਅਦ ਰਾਮ ਰਾਮ ਨਹੀਂ ਕਹਿਣਾ, ਵਾਹਿਗੁਰੂ ਵਾਹਿਗੁਰੂ ਜਪਣਾ? ਅਸੀਂ ਸਿੱਖ ਜ਼ੋਰ ਲਾਈ ਫਿਰਦੇ ਆ, ਓਏ ਫਤਿਹ ਬੁਲਾਇਆ ਕਰ, ਕਿਉਂ ਰਾਮ ਰਾਮ ਕਰਦਾ ਰਹਿੰਦਾ, ਐਂ ਕਿਉਂ ਬੋਲਦਾ? ਮਰਦ ਨੇ ਨਹੀਂ ਕਿਹਾ ਕਿਸੇ। ਉਹ ਕਹਿੰਦੇ ਤੂੰ ਜਿਹਦੇ ਨਾਲ ਪ੍ਰੇਮ ਕਰਦਾ ਉਹਦੇ ਨਾਲ ਕਰ, ਜਿੱਦਣ ਸੋਝੀ ਆਜੂ ਆਪੇ ਹੀ ਜਪੇਗਾ। ਜਿੱਦਣ ਜਿਹਨੂੰ ਗਿਆਨ ਹੋ ਜਾਏ ਜੀ, ਉਹ ਆਪੇ ਕਰਦਾ ਨਾ ਸਾਰਾ। ਗੁਰੂ ਬਾਬਾ ਜੀ ਚੱਲ ਕੇ ਮੱਕੇ ਆਏ। ਕਿਹੜੀ ਥਾਂ ਤੇ ਬੈਠੇ? ਜਿੱਥੇ ਪਹਿਲੇ ਦਿਨ ਬੈਠੇ ਸੀ।
ਉਸੇ ਥਾਂ ਤੇ ਆ ਕੇ ਅੱਜ ਚੌਂਕੜਾ ਲਾਇਆ ਏ। ਪੱਖਰ ਜੇ ਹਾਜੀ ਮਿਲੇ ਤੇ ਜਿਨ ਪਹੁੰਚੇ ਆਏ। ਹੁਣ ਜਿੱਥੇ ਸਰਾਂ ਬਣੀ ਸੀ, ਲੋਕ ਆਰਾਮ ਫਰਮਾਉਂਦੇ ਸੀ, ਉੱਥੇ ਗੁਰੂ ਨਾਨਕ ਪਾਤਸ਼ਾਹ ਭੁੰਜੇ ਵਿਛਾ ਕੇ ਚਾਦਰ ਬਹਿ ਗਏ। ਦੇਖੋ ਕਿੱਡਾ ਮਾਣ ਸਨਮਾਨ ਸੀ। ਜੇ ਕਾਜੀ ਰੁਕਨਦੀਨ ਵਰਗੇ ਚਰਨੀ ਹੱਥ ਲਾਉਂਦੇ ਆ ਤੇ ਮਰਦ ਨੂੰ ਤੇ ਮਹਿਲਾਂ 'ਚ ਰਹਿਣਾ ਚਾਹੀਦਾ। ਸੁਭਾਵਿਕ ਗੱਲ ਹੈ ਜੀ। ਸਾਡਾ ਕਿਤੇ ਕੋਈ ਜਾਣਕਾਰ ਹੁੰਦਾ, ਅਸੀਂ ਕਹਿੰਦੇ VIP ਟ੍ਰੀਟਮੈਂਟ ਚਾਹੀਦਾ, ਕਮਰਾ ਵਧੀਆ ਦਾ ਹੀ ਨਹੀਂ, ਅਸੀਂ ਨਹੀਂ ਆਉਂਦੇ। ਹੋਟਲ 'ਚ ਵੀ ਉਹ ਕਮਰਾ ਚਾਹੀਦਾ ਜਿਹੜਾ ਫਸਟ ਕਲਾਸ ਹੋਵੇ। ਆਪਾਂ ਇੱਥੇ ਖੜਦੇ ਹਾਂ ਤੇ ਗੁਰੂ ਸਾਹਿਬ ਆ ਕੇ ਫੇਰ ਉੱਥੇ ਬਹਿ ਗਏ। ਜਦ ਕਿ ਕਾਬਾ ਘੁੰਮ ਗਿਆ, ਸਾਰੇ ਇਸਲਾਮ ਦੇ ਮੁਸਲਮਾਨ ਝੁਕ ਗਏ ਵੀ ਇਹ ਬਾਬਾ ਵੱਡਾ ਹੈ, ਇਹ ਹਜ਼ਰਤ ਪੀਰ ਔਲੀਆ ਏ। ਜਦੋਂ ਮਰਜ ਉੱਥੇ ਬੈਠੇ ਨਾ, ਕਿਉਂ ਬੈਠੇ ਆ? ਕਹਿੰਦੇ ਉਹ ਪੱਖਰ ਤੋਂ, ਪੱਖਰ ਬੰਦਰਗਾਹ ਆਪ ਜੀ ਦੇ ਸੁਣੇ ਆ, ਜਿਹੜੇ ਸੁੱਤੇ ਪਿਆਂ ਛੱਡ ਗਏ ਸੀ ਜਹਾਜ਼ ਤੇ, ਵੀ ਉਹ ਇਹ ਕਾਫਰਾਂ ਨੂੰ ਨਹੀਂ ਲੈ ਕੇ ਜਾਣਾ। ਉਹ ਹਾਜੀ ਜਹਾਜ਼ ਤੋਂ ਉਤਰੇ, ਚੱਲ ਕੇ ਮੱਕੇ ਆਏ। ਜਦੋਂ ਅੰਦਰ ਪ੍ਰਵੇਸ਼ ਹੋਣ ਲੱਗੇ, ਉਹ ਇੱਕ ਦੂਜੇ ਨੂੰ ਹੁੱਜਾ ਮਾਰਦੇ, ਕਹਿੰਦੇ ਉਹੀ ਨਹੀਂ ਜਿਨ੍ਹਾਂ ਨੂੰ ਸੁੱਤੇ ਛੱਡਿਆ ਸੀ, ਆਖੋ ਸਤਨਾਮ। ਉਹਨਾਂ ਰੌਲਾ ਪਾ ਲਿਆ ਵੀ ਇਹ ਕਿਵੇਂ ਆ ਗਏ, ਇਹਨਾਂ ਕੋਲ ਕਿਹੜੀ ਇਸ ਵੇਲੇ ਸੋਨਿਕ ਸੁਪਰ ਜਹਾਜ਼ ਹੈ, ਵੀ ਸੁਪਰਸੋਨਿਕ ਹੈ, ਪਤਾ ਨਹੀਂ ਇੱਕ ਪਲ 'ਚ ਹੀ ਆਗੇ ਚੱਲ ਗਏ, ਜੋ ਮਿਜ਼ਾਈਲ ਤੋਂ ਤੇਜ਼ ਚੱਲੇ, ਇੱਦਾਂ ਕਿੱਦਾਂ ਆ ਗਏ? ਰੌਲਾ ਪੈ ਗਿਆ। ਸਭ ਨੇ ਵੇਖ ਲਿਆ, ਪਛਾਣ ਲਿਆ, ਕਹਿੰਦੇ ਹਾਂ ਇਹ ਤੇ ਤਿੰਨੇ ਕਾਫਰ ਉਹੀ ਨੇ। ਹੁਣ ਬੋਲੀ ਬਦਲ ਗਈ, ਕਾਫਰ ਨਹੀਂ ਕਹਿੰਦੇ, ਹੁਣ ਹਾਜੀ ਦੱਸਦੇ ਨੇ, ਆਖੋ ਸਤਨਾਮ। ਵੀ ਜਿਹੜੇ ਮੱਕੇ ਪਹੁੰਚ ਗਏ ਫਿਰ ਹਾਜੀ ਹੋਏ ਨਾ, ਉੱਥੇ ਕੀ ਕਹਿੰਦੇ ਸੀ? ਉਹ ਕਹਿੰਦੇ ਤੇ ਕਾਫਰ ਨੇ ਭਾਈ, ਹਿੰਦੂ ਨੇ, ਇਹ ਮੁਸਲਮਾਨ ਨਹੀਂ ਹੋ ਸਕਦੇ, ਛੱਡ ਦੋ ਇਹਨਾਂ ਨੂੰ, ਇਹ ਵੱਡੀਆਂ ਗੱਲਾਂ ਕਰਦੇ। ਜਦੋਂ ਆ ਕੇ ਲੋਕਾਂ ਨੂੰ ਪੁੱਛਣ ਲੱਗ ਗਏ, ਮਰਦ ਨੇ ਉਹਨਾਂ ਵੱਲ ਨਹੀਂ ਵੇਖਿਆ। ਸੁਭਾਵਿਕ ਹੀ ਗੁਰੂ ਪਾਤਸ਼ਾਹ ਬੈਠੇ ਆ, ਭਾਈ ਬਾਲਾ ਮਰਦਾਨਾ ਬੈਠੇ ਆ। ਕਹਿੰਦੇ ਉਹ ਆਲੇ ਦੁਆਲੇ ਹੈਰਾਨੀ, ਇਹ ਆਪਣੇ ਨਾਲ ਹੁੰਦਾ? ਕੋਈ ਮਨੁੱਖ ਸਾਡੇ ਕੋਲ ਬੈਠਾ ਹੈ, ਸਾਡੇ ਹੀ ਥਾਂ ਤੇ ਚੱਲਿਆ, ਪਰ ਉਹ ਸਾਡੇ ਤੋਂ ਪਹਿਲਾਂ ਪਹੁੰਚਿਆ ਹੋਵੇ। ਸਰਪ੍ਰਾਈਜ਼ ਹੈ, ਅਚਰਜਤਾ ਹੈ। ਕਹਿੰਦੇ ਹੈਰਾਨੀ ਦਾ ਟਿਕਾਣਾ ਕੋਈ ਨਾ ਰਿਹਾ। ਜਿੰਨੇ ਮੁੱਲਾ ਹਾਜੀ ਲੜਨ ਭਿੜਨ ਵਾਲੇ, ਈਰਖਾ ਕਰਨ ਵਾਲੇ, ਭਾਵੇਂ ਉਹ ਕੋਈ ਵੀ ਹਾਜੀ ਸੀ, ਉਹ ਇੱਕ ਦੂਜੇ ਨੂੰ ਪੁੱਛਦੇ ਆ ਇਹ ਕਿਵੇਂ ਆ ਗਏ ਇੱਥੇ? ਇਹਦੀ ਉੱਥੇ ਸੀ ਪੱਖਰ ਤੇ, ਕਿਹੜਾ ਜਹਾਜ਼ ਚੱਲਿਆ? ਸਾਡੇ ਤੋਂ ਬਾਅਦ ਤੇ ਕਿਸੇ ਜਹਾਜ਼ ਨੇ ਆਉਣਾ ਹੀ ਨਹੀਂ ਸੀ, ਸਾਡੇ ਤੋਂ ਪਹਿਲਾਂ ਕਿਵੇਂ ਆ ਗਏ? ਇਸਮੇ ਤਰਸ ਬਿਲੋਕ ਕੇ ਮੁਖ ਤੇ ਬਚਨ ਲਾਏ। ਬਹਾਵਲਦੀਨ ਪੀਰ ਵਰਗੇ ਬੜੇ ਹੈਰਾਨ ਜੀ, ਕੋਲੇ ਬਹਿ ਗਏ, ਡਰਦੇ ਬੁਲਾਉਣ ਨਾ, ਕਿਉਂਕਿ ਜੋ ਕਰਕੇ ਆਏ ਉਹਨਾਂ ਨੂੰ ਵੀ ਪਤਾ ਵੀ ਅਸੀਂ ਕਿਹੜਾ ਭਲੀ ਗੁਜ਼ਾਰੀ ਇਹਨਾਂ ਨਾਲ। ਨੇੜੇ ਬਹਿ ਗਏ, ਹੁਣ ਵਿਸ਼ਰਾਮ ਘਰ ਹੈ, ਆਰਾਮ ਵਾਲੇ ਸੀ ਸਾਰੇ, ਗੱਲਾਂ ਦੀਆਂ ਕਰੀ ਜਾਂਦੇ ਨੇ। ਕਹਿੰਦੇ ਇਹਨਾਂ ਨੂੰ ਕੌਣ ਲੈ ਆਇਆ ਇੱਥੇ? ਸਾਡੇ ਜਹਾਜ਼ 'ਚ ਤੇ ਆਈ ਨਹੀਂ ਇਹ, ਕਿਉਂਕਿ ਪਾਣੀ ਵਾਲੇ ਸ਼ਿਪ 'ਚ ਆਏ ਸੀ। 6-6 ਮਹੀਨੇ, ਸਾਲ ਦਾ ਸਮਾਂ ਲੱਗ ਜਾਂਦਾ। ਇਹ ਅੱਜ ਪਹੁੰਚੇ ਆ ਜੀ, ਮਰਜ ਮਦੀਨੇ ਵੀ ਜਾ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਤੇ ਮਦੀਨੇ ਦੇ ਇਲਾਕੇ ਵਿੱਚ 1 ਸਾਲ ਰਹੇ ਨੇ। ਇਤਿਹਾਸ ਦੇ ਮੁਤਾਬਕ ਪਤਾ ਨਹੀਂ ਕਿੱਥੇ ਵਿਚਰ ਕੇ ਆਏ ਹੋਣੇ, ਸਾਡੇ ਕੋਲ ਸਬੂਤ ਨਹੀਂ ਅਜੇ, ਉਹ ਥਾਵਾਂ ਨਹੀਂ, ਅਜੇ ਉੱਥੇ ਤੱਕ ਖੋਜ ਨਹੀਂ ਅਸੀਂ ਕਰ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਅਣਸੁਣਿਆ ਕੀਤਾ, ਕੋਈ ਮਾਣ ਨਾ ਕੀਤਾ। ਕਬ ਕੋਈ ਹਾਜੀ ਹਯੋ ਹਮ ਛੋਰਿਓ ਪਛਾਤ। ਆਖਰਕਾਰ ਉਹਨਾਂ ਚੋਂ ਮੇਨ ਮੁਖੀਆ ਹਾਜੀ ਪੁੱਛਦਾ ਹੈ ਵੀ ਇਹ ਤੇ ਬੋਲਦੇ ਨਹੀਂ ਸਾਡੇ ਨਾਲ, ਕਿਉਂਕਿ ਮਰਦ ਤੇ ਪਹਿਲਾਂ ਵੀ ਨਹੀਂ ਬੋਲੇ, ਨਾ ਚੰਗਾ ਨਾ ਮਾੜਾ, ਸ਼ਾਂਤੀ ਰਹਿੰਦੀ ਸੀ। ਨਾਲਦਿਆਂ ਨੂੰ ਪੁੱਛਦੇ ਜਿਹੜੇ ਪਹਿਲਾਂ ਬੈਠੇ ਉੱਥੇ, ਬੜੀ ਦੇਰ ਤੋਂ ਆਏ ਸੇਵਾ ਕਰਦੇ ਆ, ਕਹਿੰਦੇ ਇਹ ਕਦੋਂ ਤੋਂ ਆਏ ਹੋਏ ਆ? ਕਿੰਨਾ ਕੁ ਸਮਾਂ ਹੋ ਗਿਆ? ਕੱਲ ਪਰਸੋਂ ਆ ਗਏ ਹੋਣੇ, ਜਾਂ ਅੱਜ ਸਵੇਰੇ ਆਏ ਹੋਣੇ, ਕਿਉਂਕਿ ਅਸੀਂ ਤੇ ਸਾਡਾ ਤੇ ਜਹਾਜ਼ ਰੁਕਿਆ ਹੀ ਕਿਤੇ ਨਹੀਂ, ਚੱਲਦਾ ਆਇਆ। ਉਹ ਪੁੱਛਣ, ਕਹਿੰਦੇ ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਆਖਰਕਾਰ ਉੱਥੇ ਮੁੱਲਾ ਜੀਵਨ ਘੁੰਮਦਾ ਸੀ, ਸੇਵਾਦਾਰ, ਜਿਹਨੇ ਮਰਦ ਨੂੰ ਟੰਗਾਂ ਤੋਂ ਫੜਿਆ, ਚਰਨਾਂ ਤੋਂ ਫੜਿਆ, ਘੜੀਸਿਆ ਸੀ, ਉਹਨੂੰ ਪੁੱਛਣ ਲੱਗੇ। ਕਹਿੰਦੀ ਆਹ ਜਿਹੜੇ ਹਾਜੀ ਆਏ ਹੋਏ ਆ 3 ਨੀਲੇ ਵਸਤਰਾਂ ਵਾਲੇ, ਇਹ ਕੌਣ ਤੇ ਕਿੱਥੋਂ ਆਏ ਨੇ? ਕੈਸੇ ਪੰਥ ਅਲੰਘਿਓ ਹਿੰਦ ਜਨਮ ਬਖਿਆਤ। ਕਹਿੰਦੇ ਜੀ ਇਹ ਹਿੰਦੁਸਤਾਨ ਤੋਂ ਆਏ ਹੋਏ ਨੇ। ਉਦੋਂ ਭਾਰਤ ਨਹੀਂ ਸੀ, ਹਿੰਦੁਸਤਾਨ ਕਹਿੰਦੇ ਸੀ। ਬਾਣੀ 'ਚ ਲਿਖਿਆ ਮਰਦ ਨੇ, ਹਿੰਦੁਸਤਾਨ ਸੰਭਾਰ ਸੀ ਬੋਲਾ। ਇਹ ਹਿੰਦ ਦੇ ਪੀਰ ਨੇ, ਇਹ ਹਿੰਦ ਤੋਂ ਚੱਲ ਕੇ ਆਏ ਹੋਏ ਨੇ। ਕਹਿੰਦੇ ਆ ਇਹਨਾਂ ਦੇ ਸਾਥੀ ਨੇ। ਆਏ ਕਦੋਂ ਤੋਂ? ਕਹਿੰਦੇ ਇਹਨਾਂ ਤੇ ਬਹੁਤ ਸਮਾਂ ਹੋ ਗਿਆ, ਮੁੱਦਤਾਂ ਹੋ ਗਈਆਂ, ਕਦੋਂ ਦੇ ਆਏ ਹੋਏ ਨੇ। ਤੇ ਸੋ ਬੈਠੇ ਨਰ ਤਹਾਂ ਸੋ ਬੋਲੇ 3 ਸਾਤ।
ਜਦੋਂ ਉਹਨਾਂ ਨੇ ਵੇਖਿਆ ਵੀ ਤਿੰਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਆਪਾਂ ਕਿਸੇ ਤੋਂ ਪਹਿਲਾਂ ਪਹੁੰਚੀ ਹੋਈਏ ਨਾ, ਹੁੱਬ ਕੇ ਦੱਸੀਦਾ, ਲੈ ਮੈਂ ਤੈਥੋਂ 1 ਘੰਟਾ ਪਹਿਲਾਂ ਹੋ ਗਿਆ। ਸੁਭਾਵਿਕ ਅੰਦਰ ਦੀ ਹਉਮੈ ਹੁੰਦੀ ਆ, ਮੈਂ ਤੇਰੇ ਤੋਂ ਪਹਿਲਾਂ ਆਹ ਕੰਮ ਕਰ ਲਿਆ। ਗੁਰੂ ਬਾਬਾ ਜੀ ਸ਼ਾਂਤ ਬੈਠੇ ਆ। ਸੱਚ ਨੂੰ ਢੱਕਣ ਦੀ ਲੋੜ ਕੀ ਹੈ, ਰੌਲਾ ਪਾਉਣ ਦੀ ਲੋੜ ਕੀ ਹੈ? ਸੱਚਾ ਬੰਦਾ ਹਮੇਸ਼ਾ ਸ਼ਾਂਤ ਰਹਿੰਦਾ ਹੈ। ਭਟਕਦਾ ਕੌਣ ਹੈ? ਜੋ ਝੂਠਾ ਹੋਏਗਾ। ਸਤਿਨਾਮ। ਕਲਪਨਾ ਝੂਠੇ ਦੀ ਨਿਸ਼ਾਨੀ ਆ, ਸੱਚਾ ਤੇ ਸ਼ਾਂਤ ਬੈਠਾ, ਕਹਿੰਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਈ ਬਰਸੇ ਪੀਏ। ਸਾਨੂੰ ਕੀ ਹੈ? ਕੋਈ ਮਰਦਾ ਮਰੇ, ਜੰਮਦਾ ਜੰਮੇ, ਰਹਿੰਦਾ ਰਹੇ, ਛੱਡਦਾ ਛੱਡੇ, ਸਾਨੂੰ ਕੀ ਪਰਵਾਹ? ਭਾਵ ਆਨੰਦ ਹੈ। ਗੁਰੂ ਬਾਬਾ ਜੀ ਨੂੰ ਉੱਥੇ ਛੱਡ ਕੇ ਗਏ, ਅਲੰਭਾ ਨਹੀਂ ਕੋਈ। ਭੱਖਰ ਦੀ ਬੰਦਰਗਾਹ ਤੇ ਛੱਡ ਗਏ, ਉਹ ਸੁੱਤੇ ਪਏ, ਅਲੰਭਾ ਕੋਈ ਨਹੀਂ। ਅੱਜ ਉਹੀ ਆ ਕੇ ਮਿਲੇ, ਇੱਕ ਵਾਰ ਵੀ ਨਹੀਂ ਕਿਹਾ ਓਏ ਤੁਸੀਂ ਕਿੱਥੋਂ ਆ ਗਏ, ਛੱਡ ਕੇ ਆਏ ਸੀ, ਆ ਅੰਦਰ ਵੜ ਕੇ ਵਿਖਾਓ, ਨਹੀਂ। ਸ਼ਾਂਤ ਬੈਠੇ ਰਹੇ, ਬਿਲਕੁਲ ਸ਼ਾਂਤ। ਲੋਕੀ ਹੈਰਾਨ ਹੋ ਕੇ ਕਹਿੰਦੇ ਜੀ ਅੰਦਾਜ਼ਨ ਇਹਨਾਂ ਨੂੰ 6 7 8 ਮਹੀਨੇ ਜਾਂ ਸਾਲ ਹੋ ਗਿਆ, ਇਹ ਅੱਜ ਦੇ ਨਹੀਂ ਆਏ। ਏਕ ਬਰਖ ਬੀਤਿਓ ਇਹਾਂ ਕਲਾਵਾਨ ਜਗਨਾਥ। ਮੁੱਲਾ ਜੀਵਨ ਕਹਿੰਦਾ ਜੀ ਮੈਥੋਂ ਪੁੱਛੋ, ਇਹਨਾਂ ਨੂੰ ਇੱਥੇ ਆਇਆ 1 ਸਾਲ ਹੋ ਗਿਆ। ਸਤਿਨਾਮ। ਮੈਂ ਕਹਿੰਦਾ ਅੱਖਾਂ ਬਾਹਰ ਰਹਿ ਗਈਆਂ, ਹੈਰਾਨ ਰਹਿ ਗਏ ਵੀ ਅਸੀਂ 1 ਸਾਲ ਸਮੁੰਦਰਾਂ 'ਚ ਹੀ ਲਾਤਾ, ਬੰਦਰਗਾਹਾਂ ਦੇ ਖੜ ਕੇ। 1 ਸਾਲ ਦਾ ਟੂਰ ਹੁੰਦਾ ਸੀ ਉਦੋਂ ਸ਼ਿਪ ਤੇ, ਕਿਉਂਕਿ ਉਦੋਂ ਇੰਜਣ ਵਾਲੇ ਜਹਾਜ਼ ਨਹੀਂ ਸੀ, ਹਵਾ ਦੇ ਵੇਗ ਨਾਲ ਚੱਲਦੇ, ਜਿੱਧਰ ਨੂੰ ਹਵਾ ਚੱਲ ਪਈ ਜਹਾਜ਼ ਠੇਲਿਆ ਜਾਂਦਾ ਸੀ। 1 ਸਾਲ ਹੋ ਗਿਆ ਇਹਨਾਂ ਨੂੰ ਆਇਆ, ਯਕੀਨ ਨਾ ਹੋਵੇ। ਕਹਿੰਦੇ ਕਿਵੇਂ ਹੋ ਸਕਦਾ ਏ? ਜੀਵਨ ਵਰਗੇ ਮੁੱਲਾਂ ਕਹਿੰਦੇ ਉਹ ਭਾਈਏ ਖੁਦਾ ਨੇ, ਖੁਦਾ ਜਾਨ ਹਨ, ਇਹ ਹਾਜੀ ਨਹੀਂ, ਇਹ ਰੱਬ ਭਗਵਾਨ ਹਨ, ਇਹਨਾਂ ਨੂੰ ਕੌਣ ਰੋਕ ਸਕਦਾ ਏ? ਚਰਨ ਸੰਗ ਕਬ ਫਿਰਿਓ ਤੁਰਕ ਨਿਵੇਂ ਸਭ ਦੇਖ। ਤੁਸੀਂ ਜਿਨ੍ਹਾਂ ਨੂੰ ਛੱਡ ਕੇ ਆਏ ਹੋ ਉਹਨਾਂ ਦੇ ਚਰਨਾਂ ਨਾਲ ਕਾਬਾ ਫਿਰ ਗਿਆ। ਮੁਹੰਮਦ ਸਾਹਿਬ ਦੀ ਗੋਰ ਕਬਰ ਝੁਕ ਗਈ ਹੈ। ਉਹ ਸਾਰੇ ਮੁਸਲਮਾਨ ਹੱਜ ਤੇ ਆਏ, ਇਹਨਾਂ ਨੂੰ ਸਲਾਮਾਂ ਕਰਦੇ ਨੇ, ਇਹਨਾਂ ਨੂੰ ਮੱਥੇ ਟੇਕਦੇ ਨੇ। ਆਹੇ ਸਰੀਰ ਖੁਦਾਏ ਕੋ ਜਗ ਉਧਾਰ ਹਿਤ ਵੇਖ। ਇਹ ਤੇ ਖੁਦਾ ਦਾ ਸਰੂਪ ਹਨ, ਆਪ ਖੁਦਾਬੰਦ ਕਰੀਮ ਹਨ। ਇੱਥੇ ਤੇ ਕਾਜੀ ਰੁਕਨਦੀਨ ਵਰਗੇ ਝੁਕ ਗਏ। ਕਹਿੰਦੇ ਜਿਹੜੇ ਉਹ ਭੱਖਰ ਦੀ ਬੰਦਰਗਾਹ ਤੇ ਛੱਡ ਕੇ ਆਏ ਰੋਣ ਲੱਗ ਪਏ, ਭਾਫਾਂ ਨਿਕਲ ਗਈਆਂ, ਅੱਖਾਂ ਭਰ ਗਈਆਂ। ਓਏ ਜਦੋਂ ਆਪਣੇ ਹੰਕਾਰ ਨੂੰ ਵੱਜੀ ਨਾ ਸੱਟ, ਵੀ ਜਿਹਦੇ ਅੱਗੇ ਕਾਬਾ ਝੁਕਿਆ, ਜਿਹਦੀ ਅੱਗੇ ਕਬਰ ਝੁਕ ਗਈ, ਓਏ ਅਸੀਂ ਉਸ ਖੁਦਾ ਜਿਹਨੂੰ ਮਿਲਣ ਆਏ, ਓਏ ਉਸੇ ਨੂੰ ਛੱਡਿਆ। ਆਖੋ ਸਤਿਨਾਮ। ਡਿੱਗ ਪਏ ਚਰਨਾਂ ਤੇ, ਮਾਫੀਆਂ ਮੰਗਦੇ ਆ, ਗਲਤੀ ਦਾ ਪਛਤਾਵਾ ਕਰਦੇ ਆ। ਗੁਰੂ ਸਾਹਿਬ ਨੇ ਇੱਕ ਵਾਰ ਵੀ ਨਹੀਂ ਕਿਹਾ ਤੁਹਾਡੇ ਤੋਂ ਗਲਤੀ ਹੋਈ ਹੈ, ਕਿਉਂਕਿ ਵੈਰੀ ਕੋਈ ਨਹੀਂ, ਵਿਰੋਧੀ ਕੋਈ ਨਹੀਂ, ਈਰਖਾਈ ਕੋਈ ਨਹੀਂ। ਸਤਿਗੁਰ ਤੇ ਮਾਨਵਤਾ ਨੂੰ ਪ੍ਰੇਮ ਕਰਦੇ ਆ, ਪਿਆਰ ਕਰਦੇ ਆ। ਜਿੱਥੇ ਪਿਆਰ ਹੋਏਗਾ ਉੱਥੇ ਨਫ਼ਰਤ ਨੂੰ ਕੋਈ ਥਾਂ ਨਹੀਂ, ਤੇ ਨਫ਼ਰਤ ਕਰਨ ਵਾਲਾ ਬੰਦਾ ਕਦੇ ਪਿਆਰ ਪ੍ਰੇਮ ਕਰ ਹੀ ਨਹੀਂ ਸਕਦਾ। ਜਿਹੜਾ ਬੰਦਾ ਕਿਸੇ ਦੇ ਧਰਮ ਨਾਲ ਨਫ਼ਰਤ ਕਰਦਾ, ਮਾਫ ਕਰਿਓ, ਉਹ ਰੱਬ ਨੂੰ ਮੰਨ ਨਹੀਂ ਸਕਦਾ। ਲੱਖ ਮੰਨੀ ਜਾਏ ਲੋਕਾਂ 'ਚ, ਜੋ ਰੱਬ ਨੂੰ ਮੰਨਣ ਵਾਲਾ ਹੈ, ਪ੍ਰੇਮ ਕਰਨ ਵਾਲਾ, ਪਿਆਰ ਕਰਨ ਵਾਲਾ ਹੈ, ਉਹ ਕਿਸੇ ਧਰਮ ਨਾਲ ਈਰਖਾ ਤੇ ਨਫ਼ਰਤ ਕਰ ਹੀ ਨਹੀਂ ਸਕਦਾ। ਕਿਉਂਕਿ ਪਿਆਰ ਕਰਨ ਵਾਲਾ ਪਿਆਰ ਕਰਨਾ ਹੀ ਸਿੱਖਦਾ, ਨੂੰ ਅੱਗੋਂ ਨਹੀਂ ਦੱਸਦੇ। ਤੇ ਨਫ਼ਰਤ ਕਰਨ ਵਾਲਾ ਨਫ਼ਰਤ ਹੀ ਕਰਦਾ ਹੈ, ਨਫ਼ਰਤ ਹੀ ਵੰਡਦਾ ਹੈ, ਉਹ ਪਿਆਰ ਕਰ ਹੀ ਨਹੀਂ ਸਕਦਾ। ਆ ਮੁਸਲਮਾਨ ਸੀ ਜਿਹੜੇ ਬੈਠੇ ਹੋਏ, ਇਹਨਾਂ ਨੇ ਨਫ਼ਰਤ ਵੰਡੀ ਸੀ। ਅੱਜ ਰੋਂਦੇ ਕਰਮਾਂ ਨੂੰ, ਚਰਨ ਫੜ ਕੇ ਮਾਫੀਆਂ ਮੰਗਦੇ ਆ। ਭਾਈ ਬਾਲਾ ਜੀ ਕਹਿੰਦੇ ਹੋ ਪੈਰੀ ਹੱਥ ਨਾ ਲਾਓ, ਕਾਬੇ ਦੀ ਯਾਰਤ ਕਰਨ ਆਏ ਹੋ, ਯਾਰਤ ਕਰੋ, ਸਲਾਮ ਕਰੋ। ਉਹ ਗੁਸਤਾਖੀਆਂ ਰੱਖਦੇ ਅੱਗੇ ਵੀ ਸਾਨੂੰ ਕੀ ਪਤਾ ਸੀ ਤੁਸੀਂ ਖੁਦਾ ਹੋ। ਨਾ ਮਰਦ ਨੇ ਕਹਾਇਆ, ਨਾ ਕਿਹਾ, ਨਾ ਸੁਣਿਆ, ਨਾ ਸੁਣਾਇਆ, ਆਪਣੇ ਆਨੰਦ 'ਚ ਬੈਠੇ ਆ। ਸਮਾਂ ਸਮਾਪਤ ਹੈ, ਜੋ ਜੋ ਹੋਏਗਾ ਅਗਲਾ ਸਫ਼ਰ ਕੱਲ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।